ਜੇ ਅਸੀਂ ਕਹੀਏ ਵੀ ਸਰਕਾਰ ਨੂੰ ਕ੍ਰਿਟੀਸਾਈਜ਼ ਨਾ ਕਰੋ, ਸਰਕਾਰ ਜਿਹੜੀ ਗਲਤੀ ਕਰਦੀ ਹੈ ਕਹੋ ਹੀ ਨਾ। ਜਿਹੜੀ ਟਾਹਣੀ ਤੁਸੀਂ ਕੱਟ ਰਹੇ ਹੋ, ਜੇ ਉਸੇ 'ਚ ਹੀ ਬੈਠੇ ਹੋ, ਤੇ ਫਿਰ ਜੇ ਕੋਈ ਲੰਘਿਆ ਜਾਂਦਾ ਕਹਿੰਦਾ ਭਾਈ ਇਹ ਤਾਂ ਤੂੰ ਗਿਰੇਗਾ, ਜੋ ਕਹੇਗਾ ਮੈਂ ਤਾਂ ਇੰਨੇ ਵਧੀਆ ਤਰੀਕੇ ਨਾਲ ਕੱਟ ਰਿਹਾ, ਮੈਂ ਤਾਂ ਬੜੀ ਕਮਿਟਮੈਂਟ ਨਾਲ ਕੱਟ ਰਿਹਾ, ਇਹ ਐਵੇਂ ਮੈਨੂੰ ਟੋਕੀ ਜਾਂਦਾ। ਵਿੱਤ ਮੰਤਰੀ ਨੇ ਪੋਰਟਲ ਬਣਾਇਆ, ਇੱਕ ਪੋਰਟਲ ਦੇ ਥਰੂ ਲੋਕਾਂ ਤੋਂ ਸੁਜੈਸ਼ਨਸ ਲੈ ਰਹੇ ਨੇ ਕਿੱਦਾਂ ਦਾ ਬਜਟ ਜਿਹੜਾ ਬਣਾਇਆ ਜਾਏ। ਤੁਸੀਂ ਇਸ ਗੱਲ ਤੋਂ ਕਿੰਨੇ ਕੁ ਮੀਨਸ ਕਿ ਮੁਤਾਸਰ ਹੈਗੇ ਹੋ ਕਿ ਬਜਟ ਲਈ ਉਹਨਾਂ ਨੇ ਪਹਿਲੀ ਵਾਰ ਕਹਿੰਦੇ ਇਤਿਹਾਸ 'ਚ ਅਸੀਂ ਵੱਡਾ ਕੰਮ ਕਰ ਰਹੇ ਹਾਂ ਕਿ ਅਸੀਂ ਪੋਰਟਲ ਬਣਾ ਕੇ ਲੋਕਾਂ ਤੋਂ ਸੁਜੈਸ਼ਨਸ ਮੰਗ ਰਹੇ ਹਾਂ। ਤੁਹਾਨੂੰ ਕਿਵੇਂ ਦਾ ਲੱਗਦਾ ਕਿ ਕੀ ਸੁਜੈਸ਼ਨਸ ਆ ਸਕਦੀਆਂ ਜਾਂ ਕਿਹੜੀਆਂ ਲੋੜੀਂਦੀਆਂ ਨੇ? ਦੇਖਣ ਨੂੰ ਤਾਂ ਲੱਗਦਾ ਵੱਡਾ ਲੋਕਤੰਤਰਿਕ ਹੈ, ਲੋਕਤੰਤਰਿਕ ਤਰੀਕਾ ਪਹਿਲਾਂ ਵੀ ਪਾਇਆ ਹੋਇਆ। ਜਿਹੜਾ ਵੀ ਕਾਨੂੰਨ ਬਣਨਾ ਨਾ ਉਹ ਵੈਬ ਪੋਰਟਲ 'ਤੇ ਪਾਉਣਾ ਜ਼ਰੂਰੀ ਆ, ਨਹੀਂ ਪਾਉਂਦੇ ਤਾਂ ਵੱਖਰੀ ਗੱਲ ਹੈ, ਉਹਦੇ 'ਤੇ ਲੋਕ ਆਪਣੀਆਂ ਸੁਜੈਸ਼ਨ ਭੇਜਣ। ਜੇ ਬੀਜੇਪੀ ਵਾਲੇ ਪਾਉਂਦੇ ਤਾਂ ਬੀਜੇਪੀ ਦੇ ਲੋਕ ਫਟਾਫਟ ਇੱਕ ਬੰਦਾ ਹੀ 4-4 ਵਾਰੀ ਭੇਜ ਦਿੰਦਾ, ਉਹ ਕਹਿੰਦੇ ਜੀ ਇੰਨੇ ਨਹੀਂ ਆ ਗਿਆ, ਖੇਤੀ ਬਿਨਾਂ 'ਚ ਇਹੀ ਕਰਿਆ ਸੀ, ਇਹੀ ਇਹਨਾਂ ਦੇ ਬਜਟ 'ਚ ਹੋਣਾ। ਇੱਕ ਤਾਂ ਲੋਕ ਵੈਸੇ ਹੀ ਉਦਾਸੀਨ ਹੁੰਦੇ ਨੇ, ਕੁਛ ਐਕਟਿਵ ਬੰਦੇ ਨੇ ਉਹੀ ਓਪੀਨੀਅਨ ਮੇਕਰ ਬਣ ਜਾਂਦੇ ਨੇ, ਉਹੀ ਸੋਸ਼ਲ ਮੀਡੀਆ 'ਚ, ਉਹੀ ਇੱਥੇ, ਕਿਉਂਕਿ ਉਹ ਬੜੇ ਟੈਕ ਸੇਵੀ ਨੇ, ਪਰ ਸਾਰਾ ਸਮਾਜ ਟੈਕ ਸੇਵੀ ਹੈ ਨਹੀਂ। ਇੱਕ ਤਾਂ ਉਹਨਾਂ ਦੀ ਰਾਏ ਆਉਂਦੀ ਆ, ਉਹਨਾਂ ਦੀ ਰਾਏ ਆਪਦੇ ਹਿੱਤਾਂ ਦੇ ਨਾਲ ਜੁੜੀ ਹੋਈ ਹੈ। ਮੈਂ ਜਿੰਨੇ ਦੇਖਦਾ, ਜਿੱਥੇ ਵੀ ਦੇਖਦਾ, ਉਹਦੇ 'ਚੋਂ ਬਹੁਤ ਜ਼ਿਆਦਾ ਕਾਫੀ ਸਾਰੇ ਚੰਗੇ ਵੀ ਹੈਗੇ ਨੇ, ਪਰ ਮੈਜੋਰਟੀ ਉਹ ਹੈ ਜਿਹੜੀ ਇੱਕ ਕਿਤਾਬ ਦੀ ਰਾਏ ਨੂੰ ਸਮਝੇ ਵੀ ਮੈਂ ਜੋ ਕਹਤਾ ਇਹੀ ਫਾਈਨਲ ਹੈ। ਹਾਲਾਂਕਿ ਰਾਏ ਤਾਂ ਰਾਏ ਹੁੰਦੀ ਆ ਨਾ, ਇੱਕ ਤਾਂ ਇਹ ਡਿਫੈਕਟ ਹੈ। ਦੂਜੀ ਗੱਲ, ਉਹ ਹਰੇਕ ਗੱਲ ਦੇ ਉੱਤੇ ਅਗਲੇ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਨੇ। ਉਹ ਸ਼ਾਇਦ ਇਹਨਾਂ ਨੇ ਵੀ ਬਣਾ ਲਿਆ ਹੋਵੇ, ਕਿਉਂਕਿ ਬੀਜੇਪੀ ਵਾਲੇ ਤਾਂ ਜੇ ਤੁਸੀਂ ਉਹਨਾਂ ਦੇ ਉਲਟ ਬੋਲਤਾ ਸਰਕਾਰ ਦੇ, ਉਹ ਸਮਝਦੇ ਨੇ ਵੀ ਫਿਰ ਤਾਂ ਤੁਸੀਂ ਪਾਪ ਕਰਤਾ, ਇਦੋਂ ਵੱਡਾ ਤਾਂ ਤੁਸੀਂ ਤਾਂ ਗਊ ਹੱਤਿਆ ਕਰਤੀ, ਉਹ ਤਾਂ ਇਹ ਸਮਝਦੇ ਨੇ। ਇਹ ਬਜਟ ਇੱਕ ਮਹਾਰਤ ਦਾ ਕੰਮ ਹੈ, ਨਾਲ ਜਿੱਥੇ ਕਿ ਆਮ ਕੰਮ ਹੈ ਉੱਥੇ ਮਹਾਰਤ ਦਾ ਕੰਮ ਹੈ। ਲੋਕ ਤਾਂ ਰਾਏ ਇਹ ਦੇ ਦੇਣਗੇ ਵੀ ਟੈਕਸਾਂ ਦੀ ਚੋਰੀ ਰੋਕੋ, ਫਿਰ ਰੋਕਣੀ ਕਿਵੇਂ ਉਹ ਤਾਂ ਇਹਨਾਂ ਨੇ ਦੇਖਣਾ। ਲੋਕ ਰਾਏ ਦੇ ਦੇਣਗੇ ਮਾਫੀਆ ਰੋਕੋ, ਫਿਰ ਇਹਨਾਂ ਨੇ ਦੇਖਣਾ ਕਿਵੇਂ ਰੋਕਣਾ। ਲੋਕ ਰਾਏ ਦੇ ਦੇਣਗੇ ਵੀ ਤੁਸੀਂ ਕਹਿੰਦੇ ਰੇਤੇ 'ਚੋਂ 30,000 ਕਰੋੜ ਆ ਜਾਊ ਜਾਂ 20,000 ਕਰੋੜ ਆ ਜਾਊ ਰੇਤੇ ਬਜਟ 'ਚੋਂ, ਵੀ ਫਿਰ ਉਹ ਲੈ ਲਓ। ਲੋਕ ਕਹਿਣਗੇ ਤੁਸੀਂ ਕਹਿੰਦੇ ਵੀ ਸ਼ਰਾਬ 'ਚੋਂ ਇੰਨਾ ਕਰੋੜ ਆ ਜਾਊਗਾ, ਫਿਰ ਲੈ ਲਓ ਸ਼ਰਾਬ 'ਚੋਂ। ਲੋਕ ਫਿਰ ਕੁਛ ਜਿਹੜਾ ਇਹ ਦੇਖਦੇ ਨਹੀਂ, ਲੋਕ ਕਹਿਣਗੇ ਵੀ ਆਹ ਭਰਤੀਆਂ 'ਚ ਮਾਫੀਆ ਚੱਲਦਾ, ਤੁਸੀਂ 25,000 ਭਰਤੀ ਕਰਨ ਲੱਗੇ ਹੋ, ਇਹ ਮਾਫੀਆ ਹੁਣ ਦੂਰ ਕਰ ਦਿਓ ਭਾਈ, ਬਜਟ 'ਚ ਪਾ ਦਿਓ ਇੱਥੇ ਵੀ ਅਸੀਂ ਜਿਹੜਾ ਮਾਫੀਆ ਚਾਹੂਗਾ ਉਹਨੂੰ ਤਨਖਾਹ ਨਹੀਂ ਦੇਣੀ। ਬਜਟ 'ਚ ਤਨਖਾਹ ਦਾ ਪ੍ਰਬੰਧ ਕਰਨਾ ਨਾ 25,000 ਦਾ, ਉਹਦੇ 'ਚ ਨਾਲ ਇੱਕ ਲਾਈਨ ਪਾ ਦਿਓ ਵੀ ਇਹਨਾਂ ਦੀ ਤਨਖਾਹ ਉਦੋਂ ਰਿਲੀਜ਼ ਕਰਾਂਗੇ ਜਦ ਇਹ ਸਾਬਤ ਹੋ ਜੂਵੇ ਮਾਫੀਆ ਦੇ ਰਾਹੀਂ ਨਹੀਂ ਆਏ। ਆਉਣ ਵਾਲੇ ਬਜਟ ਦੇ ਵਿੱਚ ਐਮਪਲੋਇਮੈਂਟ, ਨੌਜਵਾਨੀ ਨੂੰ ਲੈ ਕੇ, ਸਮਾਜ ਦੇ ਬਾਕੀ ਹਿੱਸਿਆਂ ਨੂੰ ਲੈ ਕੇ ਕਿਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਸ ਤੇ ਜ਼ਿਆਦਾ ਐਮਫੈਸਿਸ ਦੇਣ ਦੀ ਲੋੜ ਹੈਗੀ ਤੁਹਾਡੀ ਸਮਝ ਦੇ ਮੁਤਾਬਿਕ? ਸੋ ਜਿਹੜਾ 20 ਲੱਖ ਬੇਰੁਜ਼ਗਾਰ ਹੈ ਉਹ 'ਚੋਂ 10 ਲੱਖ ਨੂੰ ਰੁਜ਼ਗਾਰ ਦੇਣਾ, ਜੇ ਤੁਸੀਂ ਆਖੋ ਜੀ 25,000 ਨੂੰ ਦੇਤਾ, ਇਹ ਉੱਠਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੀ। ਸੋ ਮੈਨੂੰ ਲੱਗਦਾ ਹੈ ਵੀ ਇੰਪਲੋਇਮੈਂਟ ਜਿਹੜੀ ਹੈ ਉਹ ਸਰਕਾਰਾਂ ਨੌਕਰੀ ਨਹੀਂ ਦੇ ਸਕਦੀਆਂ ਸਭ ਨੂੰ। ਕੋਈ ਸਰਕਾਰ ਆ ਜੇ, ਪਹਿਲਾਂ ਰੌਲਾ ਪਾਉਂਦੀ ਕੈਪਟਨ ਨੇ ਕਿਹਾ ਕਰ ਰੁਜ਼ਗਾਰ ਦਿਆ, ਉਹਨੇ ਰੁਜ਼ਗਾਰ ਕਿਹਾ ਸੀ, ਵਿਰੋਧੀ ਪਾਰਟੀਆਂ ਨੇ ਕਹਿਣਾ ਸ਼ੁਰੂ ਕੀਤਾ ਵਿੱਚੇ ਆਪ ਵਾਲਿਆਂ ਨੇ, ਇਹ ਆਪ ਵਾਲੇ ਆਪ ਧਿਆਨ ਕਰਨ। ਇਹਨਾਂ ਦੇ 20 MLA ਸੀ, ਮੈਂ ਆਪ ਇਹਨਾਂ ਦੇ ਉਹਦੇ ਉੱਤੇ TV ਦੇ ਉੱਤੇ ਦੇਖਿਆ, ਕਹਿੰਦਾ ਨੂੰ ਵੀ ਨੌਕਰੀ ਕਿਹਾ ਸੀ। ਹੁਣ ਇਹ 56 ਲੱਖ ਨੌਕਰੀ ਦਾ, ਇਹਨਾਂ ਨੇ 25 ਲੱਖ 20 ਲੱਖ ਕਿਹਾ ਸੀ, ਅਕਾਲੀਆਂ ਨੇ 25 ਲੱਖ ਕਿਹਾ ਸੀ, ਇਹ 20 ਲੱਖ ਦੇ ਕੇ ਦਿਖਾ ਦੇਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ। ਅੱਜ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਕੁਝ ਜ਼ਰੂਰੀ ਵਿਸ਼ੇ ਤੇ। ਪੰਜਾਬ ਦੀ ਸਿਆਸਤ ਦੀ ਜੇ ਗੱਲ ਕਰੀਏ ਤੇ ਇਸ ਟਾਈਮ ਪੰਜਾਬ ਦੀ ਸਿਆਸਤ ਇੱਕ ਡਿਫਰੈਂਟ ਜਿਹੇ ਮੋੜ ਤੇ ਹੈਗੀ ਹੈ, ਕਿਉਂਕਿ ਨਵੀਂ ਬਣੀ ਸਰਕਾਰ ਹੈ। ਉਹਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕੁਝ ਜਿਹੜੇ ਏਜੰਡੇ ਲੈ ਕੇ ਵਿੱਚ ਆ ਰਹੀਆਂ ਨੇ, ਪਰ ਬਹੁਤੇ ਤੌਰ ਤੇ ਜਿਹੜੀ ਸਰਕਾਰ ਹੈਗੀ ਉਹ ਆਪਣੇ ਕੰਮਕਾਜ ਵਿੱਚ ਲੱਗੀ ਹੋਈ ਹੈ। ਕੱਲ ਹੁਣ ਜਿਹੜਾ ਮੁੱਖ ਮੰਤਰੀ ਦੇ ਨਾਲ ਵਿਧਾਇਕਾਂ ਦੀ ਮੀਟਿੰਗ ਸੀਗੀ ਤੇ ਉਹਦੇ ਵਿੱਚ 25-30 ਵਿਧਾਇਕ ਆਏ ਸੀਗੇ। ਇੱਥੇ ਚੰਡੀਗੜ੍ਹ ਦੇ ਵਿੱਚ ਮਿਊਨਿਸਪਲ ਭਵਨ ਦੇ ਵਿੱਚ ਇੱਕ ਮੀਟਿੰਗ ਸੀਗੀ ਉਹਨਾਂ ਦੀ। ਉਸ ਮੀਟਿੰਗ ਦੇ ਵਿੱਚ ਖਾਸ ਕਰਕੇ ਮੁੱਖ ਮੰਤਰੀ ਦੇ ਨਾਲ ਸਿੱਧੇ ਤੌਰ ਤੇ ਵਿਧਾਇਕਾਂ ਦੀ ਮੀਟਿੰਗ ਸੀਗੀ ਤੇ ਉਸ ਦੇ ਵਿੱਚ ਗੱਲਾਂ ਬਾਤਾਂ ਕਈ ਹੋਈਆਂ ਨੇ। ਕਹਿੰਦੇ ਅਸੀਂ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਤੇ ਗੱਲਬਾਤ ਕਰ ਰਹੇ ਹਾਂ, ਖਾਸ ਕਰਕੇ ਜਿਹੜਾ ਬਜਟ ਸੈਸ਼ਨ ਲੈ ਕੇ ਆਉਣਾ ਹੈ, ਬਜਟ ਪੇਸ਼ ਕਰਨਾ ਹੈ, ਉਸ ਤੇ ਕਾਫੀ ਚਰਚਾ ਵਿਚਾਰ ਹੋਈ ਹੈ, ਕਿਉਂਕਿ ਵਿੱਤ ਮੰਤਰੀ ਜਿਹੜੇ ਹਰਪਾਲ ਚੀਮਾ ਨੇ ਉਹਨਾਂ ਨੇ ਇਨਵਾਈਟ ਕੀਤਾ ਇੱਕ ਪੋਰਟਲ ਦੇ ਰਾਹੀਂ ਸੁਜੈਸ਼ਨਸ ਨੂੰ। ਪਰ ਉਸ ਦੇ ਨਾਲ ਜਿਹੜੀਆਂ, ਕਿਉਂਕਿ ਕੱਲ ਸਾਡੀ ਜੋ ਗੱਲਬਾਤ ਹੋਈ ਹੈ ਵਿਧਾਇਕਾਂ ਨਾਲ, ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇੱਕ ਇੱਕ ਕਰਕੇ ਜਿਹੜੇ ਸਾਡੇ ਵਾਅਦੇ ਸੀ ਉਹ ਪੁਗਾ ਰਹੇ ਆ, ਕੋਸ਼ਿਸ਼ ਕਰ ਰਹੇ ਉਹਨਾਂ ਤੇ ਖਰਾ ਉਤਰੀਏ। ਸਾਰਾ ਮਾਹੌਲ ਕਿਵੇਂ ਦਾ ਹੈਗਾ, ਆਉਣ ਵਾਲੇ ਦਿਨ ਕਿਵੇਂ ਦੇ ਹੋਣਗੇ? ਸਰਕਾਰ ਨੂੰ ਵਿਰੋਧੀ ਧਿਰਾਂ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਇਹਨਾਂ ਨੂੰ ਹਜੇ ਤੁਰਨਾ ਨਹੀਂ ਆਉਂਦਾ, ਸਿੱਖਣਾ ਪਏਗਾ, ਨਵੇਂ ਨੇ। ਕੀ ਇਹ ਸਾਰਾ ਕੁਝ ਹੈਗਾ? ਬਾਰ-ਬਾਰ ਸਾਨੂੰ ਬੁੱਧੀਜੀਵੀਆਂ ਦੇ ਕੋਲ ਆਉਣਾ ਪੈਂਦਾ ਹੈ, ਕਿਉਂਕਿ ਜਿਹੜੇ ਬੁੱਧੀਜੀਵੀ ਨੇ, ਜਿਹੜੇ ਇੰਟੈਲੈਕਚੁਅਲ ਨੇ, ਉਹ ਚੀਜ਼ ਨੂੰ ਅਸੈਸ ਕਰਦੇ ਆ, ਉਹ ਸਾਰੇ ਸੀਨ ਨੂੰ ਬਹੁਤ ਬਰੀਕੀ ਦੇ ਨਾਲ, ਜਿਹੜੇ ਬਰੀਕ ਬਿੰਨੀ ਦੇ ਨਾਲ ਜਿਹੜਾ ਉਹ ਦੇਖਦੇ ਨੇ। ਪਿਆਰੇ ਲਾਲ ਗਰਗ, ਇਹਨਾਂ ਦੇ ਨਾਮ ਤੋਂ ਕੋਈ ਵੀ ਜਿਹੜਾ ਹੈਗਾ ਇੰਟਰੋਡਕਸ਼ਨ ਨਵੀਂ ਦੇਣ ਦੀ ਜ਼ਰੂਰਤ ਨਹੀਂ ਹੈਗੀ।
ਵੈਸੇ ਇੱਕ ਵਾਰੀ ਦੱਸ ਦਿੰਨੇ ਆ ਕਿ ਬੁੱਧੀਜੀਵੀ ਨੇ, ਉਸ ਤੋਂ ਜ਼ਿਆਦਾ ਵੱਡੀ ਅੱਜ ਉਹਨਾਂ ਦੇ ਲਈ ਇੰਟਰੋਡਕਸ਼ਨ ਹੋਰ ਮੈਂ ਨਹੀਂ ਕਰਾਂਗੀ, ਕਿਉਂਕਿ ਬੁੱਧੀਜੀਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਿਰੇ ਦੀ ਜਿਹੜੀ ਹੈਗੀ ਹੈ ਇੰਟਰੋਡਕਸ਼ਨ ਹੈਗੀ ਹੈ। ਗੱਲਬਾਤ ਕਰਾਂਗੇ, ਸਾਡੇ ਬਹੁਤ ਹੀ ਪਿਆਰੇ ਗੈਸਟ ਨੇ ਡਾਕਟਰ ਪਿਆਰੇ ਲਾਲ ਗਰਗ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ ਬਹੁਤ। ਸਰ ਤੁਸੀਂ ਤਾਂ ਪਪੂਲਰ ਫਿਗਰ ਹੋ, ਤੁਸੀਂ ਹਮੇਸ਼ਾ ਵਿਸਲ ਬਲੋਅਰ ਦੀ ਤਰ੍ਹਾਂ ਕੰਮ ਕਰਦੇ ਹੋ, ਸੁਜੈਸ਼ਨਸ ਵੀ ਦਿੰਦੇ ਹੋ, ਚਾਹੇ ਸਮਾਜਿਕ ਵਿਸ਼ੇ ਹੋਣ, ਚਾਹੇ ਉਹ ਗਵਰਨਮੈਂਟਸ ਦੇ ਨਾਲ ਜੁੜੇ ਹੋਏ ਹੋਣ, ਕੁਝ ਵੀ ਹੋਣ। ਜਿਹੜਾ ਵਰਤਾਰਾ ਹੋ ਰਿਹਾ ਹੈ, ਜਿਹੜਾ ਮੈਂ ਇੱਕ ਇੰਟਰੋ ਬਣਨ ਦੀ ਕੋਸ਼ਿਸ਼ ਕੀਤੀ ਹੈ, ਕੀ ਹੋ ਰਿਹਾ ਸਰ ਐਸਾ ਕੁਝ, ਤੁਹਾਨੂੰ ਕੀ ਸਮਝ ਆ ਰਿਹਾ? ਤੁਸੀਂ ਇੰਟਰੋਡਕਸ਼ਨ 'ਚ ਠੀਕ ਕਿਹਾ, ਜੋ ਕੁਝ ਕਿਹਾ ਇਹ ਕੁਝ ਹੋ ਰਿਹਾ ਹੈ, ਪਰ ਇਹ ਕੁਝ ਕਾਹਦੇ ਵਾਸਤੇ ਹੋ ਰਿਹਾ ਹੈ? ਚੋਣਾਂ ਹੋਈਆਂ ਕਾਹਦੇ ਵਾਸਤੇ ਹੋਈਆਂ? 92 ਜਿੱਤ ਕੇ ਆਏ ਆਪ ਦੇ, ਉਹ ਕਾਹਦੇ ਵਾਸਤੇ ਆਏ? ਕਿ ਪੰਜਾਬ ਜਿਹੜਾ ਪਿਛਲੇ 30 ਕੁ ਸਾਲ 'ਚ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਿਆ, ਉਹਨੂੰ ਮੁੜ ਕੇ ਲੀਹ 'ਤੇ ਲਿਆਂਦਾ ਜਾਵੇ। ਉਹਨੂੰ ਲੀਹ 'ਤੇ ਲਿਆਉਣ ਵਾਸਤੇ ਜੇ ਤਾਂ ਸਰਕਾਰ ਜਿਹੜੀ ਰਾਜ ਕਰਦੀ ਪਾਰਟੀ ਵੀ ਅਸੀਂ ਕੱਢੇ ਲਿਆਵਾਂਗੇ ਤਾਂ ਵੀ ਗਲਤ ਹੈ। ਜੇ ਉਹ ਸੋਚਣ ਵੀ ਸਾਡੇ ਕੱਢੇ ਐਮਐਲਏ ਲਿਆ ਸਕਦੇ ਨੇ ਪਾਰਟੀ ਦੀ ਵੀ ਗਾਂ ਸਾਨੂੰ ਖਤਮ ਕਰਕੇ, ਫਿਰ ਹੋਰ ਵੀ ਗਲਤ ਹੈ। ਜੇ ਉਹ ਸੋਚਣ ਕੱਢਾ ਮੁੱਖ ਮੰਤਰੀ ਲਿਆ ਸਕਦਾ ਤਾਂ ਹੋਰ ਵੀ ਗਲਤ ਹੈ। ਪਰ ਜੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਵਿਰੋਧੀ ਧਿਰਾਂ ਨੇ, ਉਹ ਇਹ ਸੋਚਣ ਕਿ ਇਹ ਤਾਂ ਤਲਵਾਰ 'ਤੇ ਮੁੱਕੀ ਮਾਰ ਕੇ ਅੱਜ ਕਿਉਂ ਨਹੀਂ ਠੀਕ ਹੋਇਆ, ਆਹ ਵੀ ਕਿਹਾ ਸੀ, ਆਹ ਵੀ ਕਿਹਾ ਸੀ, ਆਹ ਵੀ ਕਿਹਾ ਸੀ, ਅੱਜ ਪੂਰਾ ਕਿਉਂ ਨਹੀਂ ਹੋਇਆ, ਇਹ ਵੀ ਗੱਲ। ਜਿਹੜਾ 30 ਸਾਲ 'ਚ ਟਾਣੀ ਉਲਝੀ ਹੋਈ ਹੈ, ਉਹਨੂੰ ਸੁਲਝਾਉਣ 'ਤੇ ਟਾਈਮ ਤਾਂ ਲੱਗੂਗਾ। ਦੂਜੀ ਗੱਲ, ਜਦ ਨਵਾਂ ਬੰਦਾ ਆਉਂਦਾ, ਅਸੀਂ ਵੀ ਕਿਸੇ ਨਵੇਂ ਹਸਪਤਾਲ 'ਚ ਬਦਲ ਕੇ ਜਾਂਦੇ ਸੀ, ਮੈਡੀਕਲ ਕਾਲਜ ਜਾਂਦੇ ਸੀ, 1-2 ਦਿਨ ਸਾਨੂੰ ਉਹਨੂੰ ਸਮਝਣ ਨੂੰ ਹੀ ਲੱਗ ਜਾਂਦੇ, ਹਾਲਾਂਕਿ ਡਾਕਟਰੀ ਸਾਰੀ ਉਹੀ, ਸਭ ਕੁਝ ਉਹੀ ਹੋਣ ਦੇ ਬਾਵਜੂਦ, ਕਿਉਂਕਿ ਹਰੇਕ ਮਰੀਜ਼ ਆਪਣੇ ਆਪ 'ਚ ਹੁੰਦਾ। ਇਹਨਾਂ ਨੂੰ ਅਨੁਸਾਰ ਕੀ ਹੈ, ਇੱਕ ਤਾਂ ਸਾਡੇ ਸਿਸਟਮ 'ਚ ਕਿਤੇ ਨਾ ਕਿਤੇ ਚੋਣਾਂ ਦਾ, ਪੰਜਾਬ ਦੀਆਂ ਦਾ ਇਹੋ ਜਿਹਾ ਗੜਬੜ ਹੋ ਗਈ ਕਿ ਚੋਣਾਂ ਜੇ ਮਈ ਜੂਨ 'ਚ ਹੋਇਆ ਕਰਨ, ਕਦੇ ਨਾ ਕਦੇ, ਚਾਹੇ 3 ਮਹੀਨੇ ਕੋਈ ਗਵਰਨਰ ਰੂਲ ਆ ਕੇ, ਚਾਹੇ ਐਕਸਟੈਂਡ ਕਰਕੇ, ਜੋ ਵੀ ਕਰਨਾ, ਬਜਟ ਸੈਸ਼ਨ ਪਹਿਲਾਂ ਹੋ ਜੇ। ਇਹ ਬਜਟ ਜ਼ਿਆਦਾ ਇਮੀਡੀਏਟਲੀ ਆਉਂਦੇ ਨੇ, ਉਹਨਾਂ ਨੂੰ ਵੋਟਾਂ ਨੂੰ ਕਾਊਂਟ ਕਰਨਾ ਪੈਂਦਾ, ਫਿਰ 3 ਮਹੀਨਿਆਂ 'ਚ ਬਜਟ ਪੇਸ਼ ਕਰਨਾ ਹੈ। ਅਰੇ ਬਜਟ 'ਚ ਬਹੁਤਾ ਪਤਾ ਨਹੀਂ ਹੁੰਦਾ ਪੋਲੀਟੀਸ਼ੀਅਨ ਨੂੰ, ਜਿਹੜਾ ਪੂਰੀ ਬਜਟ ਦੀਆਂ ਬਰੀਕੀਆਂ ਨੇ ਉਹਦੇ ਬਾਰੇ ਬਹੁਤਾ ਗਿਆਨ ਨਹੀਂ ਆ। ਭਾਵੇਂ ਗੱਲ ਕਰਕੇ ਦੇਖ ਲਓ, ਵਿੱਤ ਮੰਤਰੀ ਜਿਹੜੇ ਪੁਰਾਣੇ ਸੀਗੇ 5 ਸਾਲ ਲਗਾਤਾਰ ਬਜਟ ਪੇਸ਼ ਕਰਿਆ, ਉਦੋਂ ਪਹਿਲਾਂ ਦੂਜੀ ਸਰਕਾਰ 'ਚ ਵੀ ਪੇਸ਼ ਕਰਦੇ ਰਹੇ, ਤੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਉਹਨਾਂ ਨੂੰ ਬਜਟ ਬਾਰੇ ਡਿਟੇਲ ਕਿੰਨੀ ਕੁ ਪਤਾ ਹੈ। ਕਿਤਾਬਾਂ ਛਪਦੀਆਂ ਨਹੀਂ ਇੰਨੀਆਂ ਮੋਟੀਆਂ, ਕਿਸੇ ਨੂੰ ਨਹੀਂ ਪਤਾ ਹੁੰਦਾ। ਮੈਂ ਕਿਉਂ ਕਹਿਣਾ, ਇੱਕ ਵਾਰੀ ਕਿਤੇ ਹੋਇਆ, ਕਹਿੰਦੇ, ਮੈਂ ਕਿਹਾ ਕਿਤਾਬਾਂ ਪਈਆਂ ਨੇ, ਤੁਸੀਂ ਪੜ੍ਹ ਕੇ ਦੱਸ ਦਿਓ ਵੀ ਇਹਦੇ 'ਚ ਕੀ ਲਿਖਿਆ। ਮੈਂ ਕਿਹਾ ਮੈਨੂੰ ਤਾਂ ਸਮਝ ਆਉਂਦਾ ਨਹੀਂ, ਤੁਹਾਨੂੰ ਤੁਸੀਂ ਪੜ੍ਹ ਕੇ ਦੱਸ ਦਿਓ ਜੀ। ਮੈਂ ਕਿਹਾ ਮੋਟੀ ਗੱਲ ਬਜਟ 'ਚ ਇਹ ਦੇਖੀ ਦੀ ਹੁੰਦੀ ਹੈ, ਤੁਸੀਂ ਬਰੀਕੀਟਾ 2 ਆਨੇ ਕਿੱਥੇ ਖਰਚੇ, 4 ਆਨੇ ਖਰਚੇ ਕਿੱਥੇ ਖਰਚੇ, ਇਹ ਨਹੀਂ ਕਰਨਾ ਹੁੰਦਾ। ਤੁਸੀਂ ਦੇਖਣਾ ਹੁੰਦਾ ਵੀ ਪੈਸਾ ਕਿੱਥੋਂ ਆਊਗਾ, ਪੈਸਾ ਕਿੱਥੇ ਖਰਚਣਾ ਹੈ, ਕਿਹੜੀ ਸਾਡੀ ਪਹਿਲ ਹੋਣੀ ਚਾਹੀਦੀ ਹੈ, ਕਿੱਥੇ ਫालतू ਖਰਚ ਹੋ ਰਿਹਾ ਹੈ, ਕਿੱਥੇ ਉਹ ਕੱਟਣਾ ਹੈ, ਕਿੱਥੇ ਪੈਸਾ ਜਾਇਆ ਜਾ ਰਿਹਾ ਹੈ ਉਹਨੂੰ ਬਚਾਉਣਾ ਹੈ, ਕਿੱਥੇ ਪੈਸੇ ਦੀ ਚੋਰੀ ਹੋ ਰਹੀ ਹੈ ਉਹਨੂੰ ਰੋਕਣਾ ਹੈ, ਉਹਦਾ ਕੱਟਣਾ ਹੈ। ਕਿਹੜਾ ਪਹਿਲਾਂ ਹੀ ਸੁੱਕਾ ਪਿਆ, ਜਿਵੇਂ ਅਸੀਂ ਪਾਣੀ ਭੇਜਦੇ ਤਾਂ ਟੇਲ 'ਤੇ ਅਸੀਂ ਦੇਖਦੇ ਹਾਂ, ਮਰੀਜ਼ਾਂ ਦਾ ਇਲਾਜ ਕਰਦੇ ਹਾਂ, ਤੁਸੀਂ ਦੇਖਦੇ ਯਾਰ ਕਿਹੜਾ ਮਰੀਜ਼ ਹੈ ਜਿਹੜਾ ਵਿਚਾਰੇ ਦੀ 4 ਦਿਨ ਪੱਟੀ ਨਹੀਂ ਹੋਈ, ਫਿਰ ਉਹਦਾ ਪਹਿਲਾਂ ਕਰੋ। ਸੋ ਇਸ ਕਰਕੇ ਬਜਟ ਹੋਰ ਕੁਝ ਨਹੀਂ ਆ। ਸਾਰੇ ਲੋਕ ਰੋਜ਼ ਹੀ ਬਜਟ ਬਣਾਉਂਦੇ ਨੇ, ਉਹ ਕਹੋ ਜੀ ਨਹੀਂ ਜੀ ਬੜੀ ਵੱਡੀ ਐਕਸਰਸਾਈਜ਼ ਹੈ। ਐਕਸਰਸਾਈਜ਼ 'ਚ ਬਰੀਕੀਆਂ ਜਿਹੜੀਆਂ ਨੇ ਉਹ ਕਿਸੇ ਪੋਲੀਟੀਸ਼ੀਅਨ ਨੂੰ ਸਮਝਣ ਦੀ ਲੋੜ ਨਹੀਂ। ਮੋਟੇ ਤੌਰ 'ਤੇ ਆਹ ਗੱਲਾਂ ਜਿਹੜੀਆਂ ਨੇ, ਇਹ ਤਾਂ ਹਰੇਕ ਜਨਾਨੀ ਬਜਟ ਬਣਾਉਂਦੀ, ਆਪਦਾ ਘਰ ਦਾ ਗ੍ਰਹਿ ਨਹੀਂ, ਹਰ ਇੱਕ ਬੰਦਾ ਬਣਾਉਂਦਾ ਵੀ ਯਾਰ ਇਤਕੇ ਇੰਨੇ ਪੈਸੇ ਆਉਣਗੇ, ਇੱਦਾਂ ਖਰਚ ਕਰਾਂਗੇ, ਫਲਾਣੇ ਥਾਂ ਤੋਂ ਕਰਜ਼ਾ ਲਵਾਂਗੇ, ਜਾਂ ਫਲਾਣੇ ਦਾ ਕਰਜ਼ਾ ਉਤਾਰ ਦਾਂਗੇ, ਜਾਂ ਫਲਾਣੇ ਥਾਂ ਤੋਂ ਹੋਰ ਪੈਸਾ ਆ ਜਾਊਗਾ, ਜਾਂ ਸਾਡੇ ਸਰਟੀਫਿਕੇਟ ਨੇ ਉਹ ਮੈਚਿਓਰ ਹੋ ਜਾਣ, ਕੁਛ ਨਾ ਕੁਛ ਹੁੰਦਾ। ਸੋ ਇਸ ਕਰਕੇ ਬਜਟ ਕੋਈ ਐਡੀ ਵੱਡੀ ਉਹ ਕੋਈ ਨਹੀਂ ਹੈ, ਇਹ ਕੋਈ ਰਾਕਟ ਵਿਗਿਆਨ ਨਹੀਂ ਹੈ ਵੀ ਬਹੁਤ ਔਖਾ ਕੰਮ ਹੈ, ਇਹਨੂੰ ਸਿਰਫ ਸਮਝਣ ਦੀ ਲੋੜ ਹੈ। ਪਰ ਕਿਉਂਕਿ ਜਿਹੜੇ ਸਾਡੇ ਇਹ ਇੱਕ ਪਾਸਾ, ਇਸੇ ਤਰ੍ਹਾਂ ਲੋਕਾਂ ਦੀ ਗੱਲ, ਵਿਰੋਧੀ ਪਾਰਟੀਆਂ ਰੋਜ਼ ਹੀ ਆਹ ਨਹੀਂ ਕਰਿਆ, ਉਹ ਨਹੀਂ ਕਰਿਆ, ਉਹ ਨਹੀਂ ਕਰਿਆ, ਉਹ ਨਹੀਂ ਕਰਿਆ। ਤੁਸੀਂ ਕੋਈ ਗੱਲ ਕਰਦੇ ਇਹ ਸਰਕਾਰ ਤਾਂ ਵਿਰੋਧੀ ਪਾਰਟੀਆਂ, ਇਹ ਠੀਕ ਹੈ ਵਿਰੋਧੀ ਪਾਰਟੀਆਂ ਨੇ ਕ੍ਰਿਟਿਸਿਜ਼ਮ ਕਰਨਾ ਹੁੰਦਾ, ਪਰ ਉਹਦੇ ਉੱਤੇ ਜੇ ਕੰਸਟਰਕਟਿਵ ਰਾਏ ਦੇਣ ਵੀ ਇਹਨਾਂ ਨੇ ਆਹ ਕਰਿਆ, ਇਹਦੀ ਵਜ੍ਹਾ ਐਂ ਹੋ ਸਕਦਾ ਸੀ, ਉਹ ਕਰੇ ਨੂੰ ਨਹੀਂ ਦੇਖਦੇ। ਇਹ ਕਿਉਂ ਕਰ, ਇੱਕ ਕਰਤਾ ਫਿਰ ਦੂਜੇ 'ਤੇ ਕਹਿ ਦੇਣਗੇ, ਦੂਜਾ ਕਰਤਾ ਤੀਜੇ 'ਤੇ ਕਹਿ ਦੇਣਗੇ, ਫਿਰ ਤਾਂ ਕਦੇ ਗੱਲ ਖਤਮ ਨਹੀਂ ਹੋਣੀ। ਇਸੇ ਤਰ੍ਹਾਂ ਜਿਹੜੇ ਲੋਕ ਨੇ, ਲੋਕਾਂ ਨੂੰ ਕੋਈ, ਹਾਲਾਂਕਿ ਲੋਕ ਇਹਨਾਂ ਤੋਂ ਇੰਨੇ ਡਿਸਸੈਟਿਸਫਾਈ ਨਹੀਂ ਹੋ ਰਹੇ, ਲੋਕਾਂ ਨੂੰ ਹੁੰਦਾ ਵੀ ਅੱਜ ਹੀ ਹੋ ਜਾਏ ਸਭ ਕੁਛ। ਹੁਣ ਲੋਕ ਕਹਿਣ ਲੱਗੇ ਵੀ ਥੋੜ੍ਹਾ 1000 ਰੁਪਏ ਵਾਲਾ ਦੱਸੋ ਜਿਹੜਾ ਔਰਤਾਂ ਨੂੰ ਦੇਣਾ ਸੀ, 12,000 ਕਰੋੜ ਰੁਪਏ ਚਾਹੀਦਾ ਉਹਦੇ ਵਾਸਤੇ, ਤੇ 3 ਲੱਖ ਤਕਰੀਬਨ 15,000 ਕਰੋੜ ਦਾ ਪਹਿਲਾਂ ਹੀ ਕਰਜ਼ਾ ਹੋ ਚੁੱਕਿਆ। ਜਿਹੜੀ ਪਿਛਲੀ ਸਾਲ ਦਾ ਅੰਦਾਜ਼ਾ ਸੀ ਸਰਕਾਰ ਦਾ ਪਿਛਲੇ ਬਜਟ 'ਚ, ਉਹ 2,73,703 ਕਰੋੜ ਦਾ ਸੀ ਵੀ ਕਰਜ਼ਾ ਹੋ ਜਾਊਗਾ, ਤੇ ਉਹ ਤਾਂ 3,15,000 ਕਰੋੜ ਹੋ ਗਿਆ। ਜੇ ਪਹਿਲਾਂ ਹੀ 43,000 ਕਰੋੜ ਦਾ ਇਹ 42,000 ਕਰੋੜ ਕਰਜ਼ਾ ਵੱਧ ਗਿਆ, ਤੇ ਜਾਂਦਿਆਂ ਦੇ ਚੰਨੀ ਸਰਕਾਰ ਜੋ ਕੁਝ ਕਰ ਗਈ, ਹੋਰ ਕਰ ਗਈ, ਉਹ ਦੇਖਣ ਦੀ ਲੋੜ ਹੈ ਅਸਲ 'ਚ ਵੀ ਉਹ ਪੈਸਾ ਗਿਆ ਕਿੱਥੇ ਹੈ, ਕਿੱਥੇ ਖਰਚ ਹੋਇਆ। ਇਹਨਾਂ ਨੇ ਮਾੜਾ ਜਿਹਾ ਹਿੰਟ ਤਾਂ ਦਿੱਤਾ, ਪਰ ਮੈਨੂੰ ਨਹੀਂ ਪਤਾ ਇੰਨਾ ਜ਼ਿਆਦਾ ਪੈਸਾ ਤੁਸੀਂ 1 ਲੱਖ ਤੋਂ ਲੈ ਗਏ 3-4 ਮਹੀਨੇ 'ਚ, ਉਹ ਗਿਆ ਕਿੱਥੇ ਹੈ, ਇਹ ਦੇਖਣ ਦੀ ਲੋੜ ਹੈ। ਦੇਖੋਗੇ ਤਾਂ ਹੀ ਪਤਾ ਲੱਗੂ ਵੀ ਭਾਈ ਆਹ ਤਾਂ ਗਲਤ ਹੋ ਗਿਆ, ਗੜਬੜ। ਸੋ ਇਹ ਲੋਕਾਂ ਦੇ ਪ੍ਰਤੀ, ਜੇ ਲੋਕ ਇੰਨੇ ਬੇਚੈਨ ਨਹੀਂ ਹੈਗੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ। ਪਰ
ਜੇ ਅਸੀਂ ਕਹੀਏ ਵੀ ਸਰਕਾਰ ਨੂੰ ਕ੍ਰਿਟੀਸਾਈਜ਼ ਨਾ ਕਰੋ, ਸਰਕਾਰ ਜਿਹੜੀ ਗਲਤੀ ਕਰਦੀ ਹੈ ਕਹੋ ਹੀ ਨਾ, ਜਿਹੜੀ ਟਾਹਣੀ ਤੁਸੀਂ ਕੱਟ ਰਹੇ ਹੋ ਜੇ ਉਸੇ 'ਚ ਹੀ ਬੈਠੇ ਹੋ, ਤੇ ਫਿਰ ਜੇ ਕੋਈ ਲੰਘਿਆ ਜਾਂਦਾ ਕਹਿੰਦਾ ਭਾਈ ਇਹ ਤਾਂ ਤੂੰ ਗਿਰੇਗਾ, ਤੇ ਉਹ ਕਹੇਗਾ ਮੈਂ ਤਾਂ ਇੰਨੇ ਵਧੀਆ ਤਰੀਕੇ ਨਾਲ ਕੱਟ ਰਿਹਾ, ਮੈਂ ਤਾਂ ਬੜੀ ਕਮਿਟਮੈਂਟ ਨਾਲ ਕੱਟ ਰਿਹਾ, ਇਹ ਐਵੇਂ ਮੈਨੂੰ ਟੋਕੀ ਜਾਂਦਾ, ਫਿਰ ਨਾ ਸੁਣੇ। ਡਾਕਟਰ ਸਾਹਿਬ ਇੱਥੇ ਇੱਕ ਬੜੀ ਗੱਲ ਅਹਿਮ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ, ਖਾਸ ਕਰਕੇ ਜਿੱਦਾਂ ਹੁਣ ਵਿੱਤ ਮੰਤਰੀ ਨੇ ਪੋਰਟਲ ਬਣਾਇਆ, ਇੱਕ ਪੋਰਟਲ ਦੇ ਥਰੂ ਲੋਕਾਂ ਤੋਂ ਸੁਜੈਸ਼ਨਸ ਲੈ ਰਹੇ ਨੇ ਕਿ ਜਿਹੜੀ ਇਸ ਟਾਈਮ ਬਜਟ ਅਸੀਂ ਪੇਸ਼ ਕਰਨਾ ਹੈ, ਹੁਣ ਬਜਟ ਸੈਸ਼ਨ ਆਣਾ ਹੈ, ਕਿੱਦਾਂ ਦਾ ਬਜਟ ਜਿਹੜਾ ਉਹ ਬਣਾਇਆ ਜਾਏ। ਤੁਸੀਂ ਇਸ ਗੱਲ ਤੋਂ ਕਿੰਨੇ ਕੁ ਮੀਨਸ ਕਿ ਮੁਤਾਸਰ ਹੈਗੇ ਹੋ ਕਿ ਬਜਟ ਲਈ ਉਹਨਾਂ ਨੇ ਪਹਿਲੀ ਵਾਰ ਕਹਿੰਦੇ ਇਤਿਹਾਸ 'ਚ ਅਸੀਂ ਵੱਡਾ ਕੰਮ ਕਰ ਰਹੇ ਹਾਂ ਕਿ ਅਸੀਂ ਪੋਰਟਲ ਬਣਾ ਕੇ ਲੋਕਾਂ ਤੋਂ ਸੁਜੈਸ਼ਨਸ ਮੰਗ ਰਹੇ ਹਾਂ, ਜੇ ਇਹ ਸਹੀ ਵੀ ਹੈਗਾ ਔਰ ਇੱਕ ਉਹਨਾਂ ਨੇ ਤਰਕੀਬ ਕੱਢੀ ਵੀ ਹੈ ਕਿਸੇ ਨਾ ਕਿਸੇ ਤਰੀਕੇ ਦੀ ਨਵਾਂ ਬਜਟ ਕੋਈ ਵੱਖ ਤਰੀਕੇ ਦੀ ਚੀਜ਼ ਪੇਸ਼ ਕਰਨ ਦੇ ਵਾਸਤੇ, ਤਾਂ ਉਹਦੇ 'ਚ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਕਿ ਕੀ ਸੁਜੈਸ਼ਨਸ ਆ ਸਕਦੀਆਂ ਜਾਂ ਕਿਹੜੀਆਂ ਲੋੜੀਂਦੀਆਂ ਨੇ? ਦੇਖੋ ਇਹ ਤਰੀਕਾ ਜਿਹੜਾ ਹੈ ਮੈਨੂੰ ਇਹ ਕੋਈ ਇਹ ਤਾਂ ਦੇਖਣ ਨੂੰ ਤਾਂ ਲੱਗਦਾ ਬੜਾ ਲੋਕਤੰਤਰਿਕ ਹੈ। ਲੋਕਤੰਤਰਿਕ ਤਰੀਕਾ ਪਹਿਲਾਂ ਵੀ ਪਾਇਆ ਹੋਇਆ, ਜਿਹੜਾ ਵੀ ਕਾਨੂੰਨ ਬਣਨਾ ਨਾ ਉਹ ਵੈਬ ਪੋਰਟਲ ਤੇ ਪਾਉਣਾ ਜ਼ਰੂਰੀ ਹੈ, ਨਹੀਂ ਪਾਉਂਦੇ ਤਾਂ ਵੱਖਰੀ ਗੱਲ ਹੈ, ਉਹਦੇ ਤੇ ਲੋਕ ਆਪਣੀਆਂ ਸੁਜੈਸ਼ਨ ਭੇਜਣ। ਜੇ ਬੀਜੇਪੀ ਵਾਲੇ ਪਾਉਂਦੇ ਤਾਂ ਬੀਜੇਪੀ ਦੇ ਲੋਕ ਫਟਾਫਟ ਇੱਕ ਬੰਦਾ ਹੀ 4-4 ਵਾਰੀ ਭੇਜ ਦਿੰਦਾ, ਉਹ ਕਹਿੰਦੇ ਜੀ ਇੰਨਿਆਂ ਦੀ ਆ ਗਿਆ, ਖੇਤੀ ਬਿਨਾਂ ਤੇ ਇਹੀ ਕਰਿਆ ਸੀ, ਇਹੀ ਇਹਨਾਂ ਦੇ ਬਜਟ 'ਚ ਹੋਣਾ। ਇੱਕ ਤਾਂ ਲੋਕ ਵੈਸੇ ਹੀ ਉਦਾਸੀਨ ਹੁੰਦੇ ਨੇ, ਕੁਝ ਐਕਟਿਵ ਬੰਦੇ ਨੇ ਉਹੀ ਓਪੀਨੀਅਨ ਮੇਕਰ ਬਣ ਜਾਂਦੇ ਨੇ, ਉਹੀ ਸੋਸ਼ਲ ਮੀਡੀਆ 'ਚ, ਉਹੀ ਇੱਥੇ, ਕਿਉਂਕਿ ਉਹ ਬੜੇ ਟੈਕ ਸੇਵੀ ਨੇ, ਪਰ ਸਾਰਾ ਸਮਾਜ ਟੈਕ ਸੇਵੀ ਹੈ ਨਹੀਂ। ਇੱਕ ਤਾਂ ਉਹਨਾਂ ਦੀ ਰਾਏ ਆਉਂਦੀ ਹੈ, ਉਹਨਾਂ ਦੀ ਰਾਏ ਆਪਦੇ ਹਿੱਤਾਂ ਦੇ ਨਾਲ ਜੁੜੀ ਹੋਈ ਹੈ। ਮੈਂ ਜਿੰਨੇ ਦੇਖਦਾ, ਜਿੱਥੇ ਵੀ ਦੇਖਦਾ, ਉਹਦੇ 'ਚੋਂ ਬਹੁਤ ਜ਼ਿਆਦਾ, ਕਾਫੀ ਸਾਰੇ ਚੰਗੇ ਵੀ ਹੈਗੇ ਨੇ, ਪਰ ਮੈਜੋਰਟੀ ਉਹ ਹੈ ਜਿਹੜੀ ਇੱਕ ਤਾਂ ਆਪਦੀ ਰਾਏ ਨੂੰ ਸਮਝੇ ਵੀ ਮੈਂ ਜੋ ਕਹਤਾ ਇਹੀ ਫਾਈਨਲ ਹੈ। ਹਾਲਾਂਕਿ ਰਾਏ ਤਾਂ ਰਾਏ ਹੁੰਦੀ ਹੈ ਨਾ, ਇੱਕ ਤਾਂ ਇਹ ਡਿਫੈਕਟ ਹੈ। ਦੂਜੀ ਗੱਲ, ਉਹ ਹਰੇਕ ਗੱਲ ਦੇ ਉੱਤੇ ਅਗਲੇ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਨੇ। ਉਹ ਸ਼ਾਇਦ ਇਹਨਾਂ ਨੇ ਵੀ ਬਣਾ ਲਿਆ ਹੋਵੇ, ਕਿਉਂਕਿ ਬੀਜੇਪੀ ਵਾਲੇ ਤਾਂ ਜੇ ਤੁਸੀਂ ਉਹਨਾਂ ਦੇ ਉਲਟ ਬੋਲਤਾ ਸਰਕਾਰ ਦੇ, ਉਹ ਸਮਝਦੇ ਨੇ ਵੀ ਫਿਰ ਤਾਂ ਤੁਸੀਂ ਪਾਪ ਕਰਤਾ, ਇਦੋਂ ਵੱਡਾ ਤਾਂ ਤੁਸੀਂ ਤਾਂ ਗਊ ਹੱਤਿਆ ਕਰਤੀ, ਉਹ ਤਾਂ ਇਹ ਸਮਝਦੇ ਨੇ। ਇਹੀ ਕੁਛ ਸ਼ਾਇਦ ਇਹ ਵੀ ਸਮਝਣ ਲੱਗ ਜਾਣ ਵੀ ਜੇ ਕੋਈ ਉਲਟ ਬੋਲਦੇ, ਇਹਨਾਂ ਦੇ ਗਾਹਾਂ ਕੋਈ ਢਾਣੀ ਰੱਖੀ ਹੋਵੇ, ਉਹ ਕਿਸੇ ਨੂੰ ਕਹਿਣਾ ਸ਼ੁਰੂ ਕਰ ਦੇ ਵੀ ਇਹ ਤਾਂ ਬੇਵਕੂਫ ਹੈ ਜੀ, ਇਹ ਤਾਂ ਫਲਾਣੇ ਦਾ ਸੀ ਜੀ, ਇਹ ਤਾਂ ਫਲਾਣਾ, ਕਹਿਣਾ ਤਾਂ ਕੋਈ ਔਖਾ ਕੰਮ ਨਹੀਂ। ਸੋ ਇੱਕ ਤਾਂ ਇਹ। ਦੂਜੀ ਗੱਲ, ਲੋਕਾਂ ਦੀ ਰਾਏ, ਆਪਾਂ ਰਾਏ ਕਾਹਦੇ ਤੇ ਲੈਣੀ ਹੁੰਦੀ ਹੈ? ਰਾਏ ਲੈਣੀ ਹੁੰਦੀ ਹੈ ਮਹਾਰਤ ਤੇ। ਇਹ ਬਜਟ ਇੱਕ ਮਹਾਰਤ ਦਾ ਕੰਮ ਹੈ ਨਾਲ, ਜਿੱਥੇ ਕਿ ਆਮ ਕੰਮ ਹੈ ਉੱਥੇ ਮਹਾਰਤ ਦਾ ਕੰਮ ਹੈ। ਲੋਕ ਤਾਂ ਰਾਏ ਇਹ ਦੇ ਦੇਣਗੇ ਵੀ ਟੈਕਸਾਂ ਦੀ ਚੋਰੀ ਰੋਕੋ, ਫਿਰ ਰੋਕਣੀ ਕਿਵੇਂ ਉਹ ਤਾਂ ਇਹਨਾਂ ਨੇ ਦੇਖਣਾ। ਲੋਕ ਰਾਏ ਦੇ ਦੇਣਗੇ ਮਾਫੀਆ ਰੋਕੋ, ਫਿਰ ਇਹਨਾਂ ਨੇ ਦੇਖਣਾ ਕਿਵੇਂ ਰੋਕਣਾ। ਲੋਕ ਰਾਏ ਦੇ ਦੇਣਗੇ ਵੀ ਤੁਸੀਂ ਕਹਿੰਦੇ ਰੇਤੇ 'ਚੋਂ 30,000 ਕਰੋੜ ਆ ਜਾਊ ਜਾਂ 20,000 ਕਰੋੜ ਆ ਜਾਊ ਰੇਤੇ ਬਜਟ 'ਚੋਂ, ਵੀ ਫਿਰ ਉਹ ਲੈ ਲਓ। ਲੋਕ ਕਹਿਣਗੇ ਤੁਸੀਂ ਕਹਿੰਦੇ ਵੀ ਸ਼ਰਾਬ 'ਚੋਂ ਇੰਨਾ ਕਰੋੜ ਆ ਜਾਊਗਾ, ਫਿਰ ਲੈ ਲਓ ਸ਼ਰਾਬ 'ਚੋਂ। ਲੋਕ ਫਿਰ ਕੁਛ ਜਿਹੜਾ ਇਹ ਦੇਖਦੇ ਨਹੀਂ, ਲੋਕ ਕਹਿਣਗੇ ਵੀ ਆਹ ਭਰਤੀਆਂ 'ਚ ਮਾਫੀਆ ਚੱਲਦਾ, ਤੁਸੀਂ 25,000 ਭਰਤੀ ਕਰਨ ਲੱਗੇ ਹੋ, ਇਹ ਮਾਫੀਆ ਹੁਣ ਦੂਰ ਕਰ ਦਿਓ ਭਾਈ, ਬਜਟ 'ਚ ਪਾ ਦਿਓ ਇੱਥੇ ਵੀ ਅਸੀਂ ਜਿਹੜਾ ਮਾਫੀਆ ਚਾਹੂਗਾ ਉਹਨੂੰ ਤਨਖਾਹ ਨਹੀਂ ਦੇਣੀ। ਬਜਟ 'ਚ ਤਨਖਾਹ ਦਾ ਪ੍ਰਬੰਧ ਕਰਨਾ ਨਾ 25,000 ਦਾ, ਉਹਦੇ 'ਚ ਨਾਲ ਇੱਕ ਲਾਈਨ ਪਾ ਦਿਓ ਵੀ ਇਹਨਾਂ ਦੀ ਤਨਖਾਹ ਉਦੋਂ ਰਿਲੀਜ਼ ਕਰਾਂਗੇ ਜਦ ਇਹ ਸਾਬਤ ਹੋ ਜੂਵੇ ਮਾਫੀਆ ਦੇ ਰਾਹੀਂ ਨਹੀਂ ਆਏ। ਪਾ ਦਿਓ ਬਜਟ ਦੇ ਵਿੱਚ ਇੱਕ ਲਾਈਨ, ਆਪਦੇ ਭਾਸ਼ਣ 'ਚ ਪਾ ਦਿਓ। ਜੇ ਬਿਲਕੁਲ ਨਵੀਆਂ ਜਿਹੜੀਆਂ ਹੁਣ ਅਸਾਮੀਆਂ ਹੁਣ ਵੀ ਕੱਢੀਆਂ ਨੇ, ਤੇ ਫਿਰ ਲੋਕ ਕਹਿੰਦੇ ਨੇ ਵੀ ਅਸਾਮੀਆਂ ਪਾਰਦਰਸ਼ੀ ਤਰੀਕੇ ਨਾਲ ਭਰੀਆਂ ਜਾਣ, ਤੁਸੀਂ ਬਜਟ 'ਚ ਪਾਓ ਵੀ ਅਸੀਂ ਇੰਨੀਆਂ ਅਸਾਮੀਆਂ ਭਰਾਂਗੇ, ਉਹ 'ਤੇ ਇੰਨਾ ਖਰਚਾ ਹੋਊਗਾ, ਇਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਭਰੀਆਂ ਜਾਣਗੀਆਂ। ਤੇ ਜੇ ਕੋਈ ਫੜਿਆ ਗਿਆ, ਉਹ ਉਹਨਾਂ ਚਿਰ ਅਸੀਂ ਤਨਖਾਹ ਨਹੀਂ ਦਿੰਦੇ, ਅਸੀਂ ਫਟਾਫਟ ਇਹਦੀ ਤਸੱਲੀ ਕਰਾਂਗੇ, ਜਿਹੜਾ ਫੜਿਆ ਗਿਆ ਉਹਨੂੰ ਡਿਸਮਿਸ ਕਰਾਂਗੇ। ਕਰ ਦਿਓ ਤੁਸੀਂ। ਲੋਕ ਤਾਂ ਕਹਿੰਦੇ ਵੀ ਰੈਵਨਿਊ ਵਾਲੇ ਚੋਰੀ ਕਰਦੇ ਨੇ, ਤੁਹਾਨੂੰ ਰੋਬ ਦੇਈ ਜਾਂਦੇ, ਹੜਤਾਲ ਕਰ ਦਿੰਦੇ ਨੇ। ਤੁਸੀਂ ਇੱਕ ਫੜਿਆ ਅੱਜ ਪਟਵਾਰੀ, ਜਿਹਦੇ ਕੋਲ 2 ਲੱਖ ਰੁਪਏ ਤਾਂ ਉਹ ਇਹੀ ਲਈ ਜਾਂਦਾ ਵੀ ਮੈਂ ਤਾਂ ਨੰਬਰਦਾਰ ਵੀ ਹਾਂ, ਪਟਵਾਰੀ ਤੇ ਨੰਬਰਦਾਰ ਦੋਨੋਂ। ਪਟਵਾਰੀਆਂ ਨੇ ਗਾਹਾਂ ਬਹਾਨੇ ਨਾਲ ਵੀ ਅਸੀਂ ਤਾਂ ਜੀ ਗਾਹਾਂ ਰੱਖੇ ਹੋਏ ਨੇ ਬੰਦੇ, ਅਸੀਂ ਤਾਂ ਆਏ ਨੰਬਰਦਾਰ ਵੀ ਵਿੱਚ ਹੀ ਰਲੇ ਹੋਏ ਨੇ, ਜਿਹੜੇ ਐਕਚੁਅਲ ਨੰਬਰਦਾਰ ਵੀ ਨੇ। ਤੇ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ। ਗੁਰਦਾਸਪੁਰ ਦੇ ਨੇ ਪਹਿਲਾਂ ਪਾਇਆ, ਫਿਰ ਡੰਬੀ ਵਾਲੇ ਮਲੋਟ ਵਾਲਿਆਂ ਨੇ ਪਾਇਆ, ਫਿਰ ਇਹਨਾਂ ਨੇ ਹੁਣ ਪਤਾ ਸੰਗਰੂਰ ਦਿਆਂ ਨੇ। ਕਿ ਸਰਕਾਰ ਕੀ ਕਰਦੀ ਹੈ ਉਹਨਾਂ ਨੂੰ? ਰੈਵਨਿਊ ਦਾ ਤਾਂ ਸਭ ਨੂੰ ਪਤਾ ਵੀ ਚੋਰੀ ਸਭ ਤੋਂ, ਰੈਵਨਿਊ ਤੇ ਪੁਲਿਸ ਜਿੰਨੀ ਚੋਰੀ ਕਰਦੇ ਨੇ ਉਹਨਾਂ ਤੋਂ ਹੋਰ ਕੋਈ ਕਰਦਾ ਹੀ ਨਹੀਂ। ਤੇ ਫਿਰ ਤੁਸੀਂ ਉਹਨਾਂ ਨੂੰ ਹੈਂਡਲ ਕਰ ਲਓ, ਤੁਸੀਂ ਉਹਨਾਂ ਨੂੰ ਦੱਸ ਦਿਓ ਫਿਰ ਕਾਨੂੰਨ ਦੀ ਤਾਕਤ। ਕਿਉਂਕਿ ਜੇ ਤੁਹਾਨੂੰ ਕਾਨੂੰਨ ਦੀ ਤਾਕਤ ਨਹੀਂ ਆਉਂਦੀ, ਅੱਛਾ ਹੁਣ ਫਿਰ ਕਾਨੂੰਨ ਦੀ ਤਾਕਤ ਦੱਸਣ ਵਾਸਤੇ ਕੀ ਆਉਂਦਾ? ਜਿੱਥੇ ਜਿਹੜੀ ਜਿਵੇਂ ਰਾਏ ਮੰਗੀ ਆ, ਚੰਗੀ ਗੱਲ ਹੈ ਤੁਸੀਂ ਰਾਏ ਮੰਗ ਲਓ, ਪਰ ਇਹ ਇੱਕ ਅਧਿਕਾਰ ਵੱਲ ਨੂੰ ਜਾਂਦੀ ਹੁੰਦੀ ਹੈ ਗੱਲ, ਜਦੋਂ ਅਨਆਰਗੇਨਾਈਜ਼ਡ ਰਾਏ ਮੰਗੋ। ਜਿਹੜਾ ਪ੍ਰਧਾਨ ਮੰਤਰੀ ਵੀ ਕਹਿੰਦਾ ਮੈਂ ਤਾਂ ਲੋਕਾਂ ਨਾਲ ਗੱਲ ਕਰਦਾ ਸਿੱਧੀ, ਤੇ ਫਿਰ ਬਾਕੀ ਸਾਰਾ ਅਮਲਾ, ਸਾਰਾ ਸਿਸਟਮ ਸਾਡਾ ਤੋੜਤਾ। ਇਸੇ ਕਰਕੇ ਸਾਰੀਆਂ ਸੰਸਥਾਵਾਂ ਟੁੱਟੀਆਂ ਨੇ। ਮੈਨੂੰ ਡਰ ਹੈ ਵੀ ਇਸ ਨਾਲ ਤੁਸੀਂ ਰਾਏ ਮੰਗਣੀ ਆ, ਮੰਗ ਲਓ, ਕਿਸੇ ਵੀ ਚੀਜ਼ 'ਚ ਮੰਗ ਲਓ, ਪਰ ਤੁਸੀਂ ਲੋਕਾਂ ਨੂੰ ਅਵੇਅਰ ਕਰ ਲਓ। ਤੁਹਾਡੇ 92 ਤਾਂ MLA ਤੁਹਾਡੇ ਨੇ ਨਾ, ਤੁਸੀਂ ਵਿਰੋਧੀਆਂ ਨੂੰ ਵੀ ਨਾਲ ਲਓ। ਤੁਸੀਂ ਕਹੋ ਯਾਰ ਅਪੀਲ ਕਰੋ, ਨਾ ਕਰਨ ਉਹ। ਤੁਸੀਂ ਕਹੋ ਵੀ ਭਾਈ ਆਪਦੇ ਹਲਕੇ 'ਚ ਜਾ ਕੇ ਇਕੱਠ ਕਰ। ਇੱਕ ਬਲਾਕ ਹੀ ਪੈਂਦਾ ਨਾ, 1.5 ਬਲਾਕ, 151 ਬਲਾਕ ਨੇ, 117 MLA ਨੇ। ਇਹਨਾਂ ਦੇ 92 ਨੂੰ 125-26 ਬਲਾਕ ਪੈਣਗੇ। ਉਹ 125-26 ਬਲਾਕਾਂ 'ਚ ਲੋਕਾਂ ਨੂੰ ਇਕੱਠ ਕਰਕੇ ਰਾਏ ਲੈ ਲੈਣ, ਉਹ ਜ਼ਿਆਦਾ ਬਿਹਤਰ ਹੋਏਗੀ। ਉਹਨੂੰ ਗਾਹਾਂ ਕੰਸੋਲੀਡੇਟ ਕਰ ਲੈਣ। ਇਹਦੀ ਵਜ੍ਹਾ ਕਿ ਆਨਲਾਈਨ ਆਉਂਦਾ ਰਹੇ, ਫਿਰ ਉਹ ਕਿਸੇ ਨੇ ਦੇਖਣਾ ਨਹੀਂ। ਅਰਜ਼ੀਆਂ ਭਗਵੰਤ ਮਾਨ ਜੀ ਕੋਲ ਕਿੰਨੀਆਂ ਆ ਗਈਆਂ? ਲੱਖਾਂ ਆ ਗਈਆਂ।
ਕਿੰਨੀਆਂ ਤੇ ਐਕਸ਼ਨ ਹੋਇਆ, ਕਿਉਂਕਿ ਜਦ ਤੁਸੀਂ ਇੰਨਾ 1 ਲੱਖ ਤਾਂ ਟ੍ਰੈਫਿਕ ਇਕੱਠਾ ਕਰਤਾ, ਆਪਾਂ ਦੇਖਦੇ ਹਾਂ ਸੜਕ ਤੇ ਜੇ 1 ਲੱਖ ਤਾਂ ਗੱਡੀਆਂ ਇਕੱਠੀਆਂ ਆ ਜਾਣ ਤਾਂ ਜਾਮ ਹੋ ਜਾਂਦਾ। ਸੋ ਤੁਸੀਂ ਇਹ ਆਨਲਾਈਨ ਵੀ ਜਾਮ ਹੁੰਦਾ ਟ੍ਰੈਫਿਕ, ਉਹ ਕਹਿੰਦੇ ਜੀ ਹੁਣ ਤਾਂ ਅਰਜੂ ਨਹੀਂ ਚੁੱਕ ਰਿਹਾ, ਵੈਬਸਾਈਟ ਵੈਬ ਪੋਰਟਲ ਹੀ ਡਾਊਨ ਹੋ ਗਿਆ ਹੈ, ਬ੍ਰੇਕ ਡਾਊਨ ਕਰ ਗਿਆ। ਸੋ ਤੁਸੀਂ ਬ੍ਰੇਕ ਡਾਊਨ ਕਰਨ ਵਾਲੇ ਕੰਮ ਨਾ ਕਰੋ। ਪਾਪੂਲਿਸਟ ਮੇਜਰ ਹੈ ਇਹ, ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਪਰ ਇਹਦੇ ਨਾਲ ਜੇ ਅਸੀਂ ਆਖਿਆ ਕੋਈ ਸਾਨੂੰ ਬੜੀ ਚੰਗੀ ਰਾਏ ਆ ਜੂਗੀ ਤਾਂ ਮੈਨੂੰ ਸ਼ੰਕਾ ਹੈ, ਕਿਉਂਕਿ ਪਹਿਲੀ ਗੱਲ ਲੋਕ ਦੇਖ ਹੀ ਨਹੀਂ ਰਾਜੀ, ਇਹਨਾਂ ਦੇ ਆਪਦੇ ਬੰਦੇ ਲਿਖੀ ਜਾਣਗੇ, ਫਿਰ ਇਹ ਕਹਿ ਦੇਣਗੇ ਅਸੀਂ ਇੰਨਾਂ ਨੇ ਰਹਿ ਲਈ ਹੈ। ਹੁਣ ਹੋਣਾ ਕੀ ਚਾਹੀਦਾ ਹੁੰਦਾ, ਹੋਣਾ ਚਾਹੀਦਾ ਅੱਜ ਪੰਜਾਬ ਜਿਸ ਸੰਕਟ 'ਚ ਫਸਿਆ ਹੋਇਆ, ਉਸ ਸੰਕਟ 'ਚੋਂ ਕੱਢਣ ਵਾਸਤੇ 2 ਪਾਸੇ ਦੇ ਤੁਹਾਨੂੰ ਐਕਸ਼ਨ ਲੈਣੇ ਪੈਣਗੇ। ਇੱਕ ਲੈਣਾ ਪਊ ਕਿ ਲੋਕ ਜਿਹੜੇ ਨੇ ਉਹਨਾਂ ਦੀ ਸਰਗਰਮ ਸ਼ਮੂਲੀਅਤ ਕਰਾਈ ਜਾਵੇ ਰਾਜ ਭਾਗ 'ਚ। ਉਹ ਕਿਵੇਂ ਹੋਊਗੀ, ਉਹਨਾਂ ਨੂੰ ਅਵੇਅਰ ਕਰਿਆ ਜਾਵੇ। ਅਵੇਅਰ ਮੀਨਸ ਉਹ ਹਾਂ ਵੀ ਹਾਂ ਜਦ ਸਾਡੀ ਜ਼ਿੰਮੇਵਾਰੀ ਹੈ, ਚਾਹੇ ਨਸ਼ੇ ਰੋਕਣੇ ਨੇ, ਚਾਹੇ ਰੇਤ ਮਾਫੀਆ ਰੋਕਣਾ ਹੈ, ਚਾਹੇ ਸ਼ਰਾਬ ਮਾਫੀਆ ਰੋਕਣਾ ਹੈ, ਚਾਹੇ ਤੁਸੀਂ ਸਿੱਖਿਆ ਮਾਫੀਆ ਰੋਕਣਾ ਹੈ, ਚਾਹੇ ਨੌਕਰੀਆਂ ਦਾ ਮਾਫੀਆ ਰੋਕਣਾ ਹੈ, ਚਾਹੇ ਝੂਠੇ ਜਿਹੜੇ ਮਾਸਟਰ ਲੱਗੇ ਨੇ। ਕੱਲ੍ਹ ਮੇਰੇ ਕੋਲ ਕਿਤਾਬ ਆਈ ਇੱਕ, ਉਹਨੇ ਲਿਖਿਆ, ਕਹਿੰਦਾ ਜਿਹੜੇ ਮਾਸਟਰ ਬਾਹਰ ਬੈਠੇ ਤਨਖਾਹ ਲਈ ਜਾਂਦੇ ਉਹਨਾਂ ਨੂੰ ਤਾਂ ਰੋਕ ਲਓ। ਮਾਸਟਰ ਉਹ ਖੁਦ ਰਿਟਾਇਰ ਹੋਇਆ, ਪੁਰਾਣਾ, ਕਿਉਂਕਿ ਮੇਰੇ ਤੋਂ ਵੀ 12 ਸਾਲ ਵੱਡਾ, 84 ਸਾਲ ਦੀ ਉਮਰ ਹੈ। ਉਦੋਂ ਤਾਂ ਆਈਡੀਅਲਿਸਟ ਸੀਗੇ ਮਾਸਟਰ। ਉਹਨੇ ਸਾਰੀ ਕਹਾਣੀ ਲਿਖ ਕੇ ਕਹਿੰਦਾ ਉਹਨਾਂ ਨੂੰ ਰੋਕ ਲਓ। ਫਿਰ ਉਹਨੇ ਦੱਸਿਆ ਵੀ ਕਿਵੇਂ ਕਮਿਸ਼ਨ ਲੈਂਦੇ ਨੇ ਮਾੜੀ ਮਾੜੀ ਸਮਾਨ ਖਰੀਦਣ 'ਚ। ਫਿਰ ਉਹਨੇ ਦੱਸਿਆ ਵੀ ਕਿਵੇਂ ਗੈਰ ਹਾਜ਼ਰ ਰਹਿੰਦੇ ਨੇ, ਵੀ ਪੜ੍ਹਾਉਂਦੇ ਤਾਂ ਹੈ ਹੀ ਨਹੀਂ। ਆ 3 ਪੈਰੇ ਮੈਂ ਵੈਸੇ ਉਹਨੂੰ ਸਿੱਖਿਆ ਮੰਤਰੀ ਨੂੰ ਭੇਜਤੇ WhatsApp ਕਰਕੇ ਵੀ ਆਹ 3 ਪੈਰੇ ਆਹ ਹਾਲ ਹੈ, ਕਿਉਂਕਿ ਮੇਰਾ ਰੋਜ਼ ਇਹ ਵਿਸ਼ਵਾਸ ਸੀ, ਪਰ ਮੈਂ ਕਿਤਾਬ ਪੜ੍ਹ ਕੇ ਕੱਲ੍ਹ ਬੜਾ ਹੈਰਾਨ ਹੋਇਆ ਵੀ ਯਾਰ ਇੱਕ ਟੀਚਰ ਨੂੰ ਪਤਾ ਇਹ ਗੱਲ ਹੋ ਰਹੀ ਹੈ, ਉਹ ਸੱਚ ਵਿੱਚ ਕਹਿ ਸਕਦਾ ਜੁਰਤ ਨਾਲ। ਸੋ ਜਦ ਤੁਸੀਂ ਲੋਕਾਂ ਨੂੰ ਇਕੱਠੇ ਕਰਦੇ ਹੋ ਤਾਂ ਲੋਕਾਂ ਨੇ ਜੇ ਸਕੂਲ 'ਚ ਗੜਬੜ ਹੋਊਗੀ ਲੋਕ ਸਾਂਭ ਲੈਣਗੇ। ਤੁਹਾਨੂੰ ਸਰਕਾਰ ਨੂੰ ਡੀਓ ਨੂੰ ਜਾਣਦੇ ਉੱਥੇ ਕੀ ਲੋੜ ਹੈ। ਡੀਓ ਕੋਲ ਤਾਂ ਇੱਕ ਡੀਓ ਕੋਲ ਜੇ ਮੈਂ ਐਵਰੇਜ ਦੇਖਾਂ ਤਾਂ ਤਕਰੀਬਨ 400 ਸਕੂਲ ਪੈਂਦਾ, 23 ਡੀਓ ਸੀਨੀਅਰ ਸੈਕੰਡਰੀ ਦੇ, 23 ਇਸ ਦੇ ਪ੍ਰਾਇਮਰੀ ਦੇ ਨੇ, 46 ਡੀਓ ਹੋਏ। 46 ਡੀਓ ਦੇ ਕੋਲੇ 19,500 ਸਕੂਲ ਹੈ ਤੇ 400 ਸਕੂਲ ਇੱਕ ਨੂੰ ਹੋ ਗਿਆ। ਸੋ ਜੇ 400 ਸਕੂਲ ਇੱਕ ਡੀਓ ਕੋਲ ਹੈ ਤਾਂ ਉਹਦੇ ਸੰਭਵ ਨਹੀਂ ਹੈ ਉਹਦੇ ਵਾਸਤੇ ਕਿ ਉਹ ਜੇ ਰੋਜ਼ ਵੀ ਇੱਕ ਸਕੂਲ ਜਾਈ ਜਾਵੇ ਤਾਂ ਵੀ ਸਾਲ 'ਚ ਵੀ ਉਹਨੂੰ ਕਵਰ ਨਹੀਂ ਕਰ ਸਕਦਾ। ਇਹਦਾ ਮਤਲਬ ਲੋਕ ਉਹਨੂੰ ਦੇਖਣਗੇ, ਨੇੜੇ ਦੇ ਹੈਡਮਾਸਟਰ ਉਹਨੂੰ ਦੇਖਣਗੇ। ਸੋ ਤੁਸੀਂ ਲੋਕਾਂ ਨੂੰ ਇੱਦਾਂ ਹੀ ਨਸ਼ਿਆਂ ਦਾ, ਪੁਲਿਸ ਤਾਂ ਜਾ ਕੇ ਦੱਸ ਦਿੰਦੀ ਹੈ ਦੂਜੇ ਨੂੰ। ਆ ਹੁਣ ਪਿੰਡ ਦੇ ਲੋਕਾਂ ਨੇ ਧਰਨਾ ਕੀ ਮਾਰਿਆ ਫਰੀਦਕੋਟ ਦੇ ਵਿੱਚ, ਪੁਲਿਸ ਦੇ ਸਾਹਮਣੇ ਹੋ ਰਿਹਾ ਸੀ ਸਾਰਾ ਕੁਝ, ਉਹ ਫੜਿਆ ਗਿਆ ਨਾ ਜਦ ਲੋਕਾਂ ਨੇ ਐਕਟਿਵ ਹੋਏ ਨੇ। ਇੱਕ ਪਿੰਡ ਦੇ ਵਿੱਚ ਲੋਕਾਂ ਨੇ ਧਰਨਾ ਮਾਰ ਰੱਖਿਆ ਹੋਰ 'ਚ ਵੀ ਤੁਸੀਂ ਛੱਡ ਕੇ ਦਿਖਾਓ ਇਹਨਾਂ ਨੂੰ। ਨਸ਼ੇ ਵਾਲਿਆਂ ਨੂੰ ਫੜਿਆ, ਉਹਨਾਂ ਨੇ ਆਖਿਆ ਦੇਖ ਲਓ ਵੇਚਦੇ ਸੀਗੇ। ਸੋ ਜਿੰਨਾ ਚਿਰ ਤੁਸੀਂ ਲੋਕਾਂ ਦੀ ਇੱਕ ਮੂਵਮੈਂਟ ਨਹੀਂ ਬਣਾਉਂਦੇ, ਉਸ ਮੂਵਮੈਂਟ ਨਾਲ ਕਿਸਾਨ ਮੂਵਮੈਂਟ ਨੇ ਬਣਾਈ ਸੀ, ਉਸ ਮੂਵਮੈਂਟ 'ਚ ਕੀ ਹੈ, ਲੋਕਾਂ ਨੂੰ ਸੇਵਾ ਕਰਨ ਦੀ ਆਦਤ ਬਣਦੀ ਹੈ, ਲੋਕਾਂ ਨੂੰ ਸੱਚ ਦੀ ਆਦਤ ਬਣਦੀ ਹੈ, ਲੋਕਾਂ ਨੂੰ ਸਮਝ ਆਉਂਦੀ ਹੈ ਕਿ ਵਿਰੋਧੀ ਨੂੰ ਕਿਵੇਂ ਸੁਣੀਦਾ, ਲੋਕਾਂ ਨੂੰ ਸਮਝ ਆਉਂਦੀ ਹੈ ਕਿ ਜਿਹੜੀ ਗੱਲ ਸਰਕਾਰ ਕਹਿੰਦੀ ਹੈ ਉਹਦਾ ਸੱਚ ਕਿੰਨਾ ਕੁ ਹੈ, ਝੂਠ ਕਿੰਨਾ ਕੁ ਹੈ। ਸੋ ਸੱਚ ਝੂਠ ਦੀ ਜਿਹੜੀ ਪਰਖ ਹੈ, ਕਹਿੰਦੇ ਜਾਂ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ। ਠੀਕ ਹੈ, ਜੇ ਤੁਸੀਂ ਕਿਸੇ ਕਹਾਣੀ ਦਾ ਅੰਦਾਜ਼ਾ ਲਾਉਣਾ ਵੀ ਇਹ ਕਹੀ ਜੀ ਹੈ, ਉਹਦੇ ਵਿੱਚ ਵੜਨਾ ਪੈਂਦਾ। ਸੋ ਲੋਕਾਂ ਨੂੰ ਇਸ ਪ੍ਰਸ਼ਾਸਨ ਦੇ ਵਿੱਚ ਹੁਣ ਵਿੱਚ ਵੜਨ ਦੀ ਲੋੜ ਹੈ। ਜਦੋਂ ਵਿੱਚ ਵੜ ਗਏ ਤਾਂ ਕਿਸੇ ਵੀ ਭਗਵੰਤ ਮਾਨ ਜੀ ਨੂੰ ਜਾਂ ਉਹਨਾਂ ਦੇ ਕਿਸੇ ਮੰਤਰੀ ਨੂੰ ਨਹੀਂ ਜਾਣਾ ਪਏਗਾ ਕਹਿਣ ਵੀ SHO ਰਿਸ਼ਵਤ ਲੈਂਦਾ, ਇਹਨੂੰ ਫੜ ਕੇ ਤੁਸੀਂ ਕੁਝ ਕਰੋ। ਹਾਲਾਂਕਿ ਇਹਨਾਂ ਨੇ ਸਸਪੈਂਸ਼ਨ ਕਰੇ ਨੇ, ਇਹਨਾਂ ਤਾਂ DIG ਤੱਕ ਦੇ ਬੰਦੇ ਹੁਣ ਪਿੱਛੇ 2 ਜਿਹੜੇ ਪੈਸੇ ਪੂਸਿਆਂ ਦਾ ਨਸ਼ੇ ਵੇਚ ਗਏ ਸੀ ਉਹਨਾਂ ਦਾ ਵੀ ਹੋ ਗਿਆ। ਪਰ ਜਦ ਤੁਸੀਂ ਲੋਕ ਸ਼ਾਮਲ ਹੋਣਗੇ, ਇਹ ਤਾਂ ਨਹੀਂ ਮੈਂ ਕਹਿੰਦਾ ਵੀ ਲੋਕ ਜਾ ਕੇ ਹਰੇਕ ਦਫ਼ਤਰ ਨੂੰ ਘੇਰ ਲੈਣ, ਹਰੇਕ ਦਫ਼ਤਰ ਨੂੰ ਕੁੱਟਣਾ ਸ਼ੁਰੂ ਕਰ ਦੇਣ, ਐ ਨਹੀਂ ਹੈ ਹੱਦ। ਹਾਲੇ ਹੈ ਲੋਕਾਂ ਨੂੰ ਅਵੇਅਰ ਕਰ ਦਿਓ, ਅਸੀਂ ਕਰਕੇ ਦੇਖਿਆ। ਫਿਰ ਲੋਕ ਜਦ ਤੁਰਦੇ ਨੇ, ਇੱਕ ਛੋਟੀ ਜਿਹੀ ਮੈਂ ਉਦਾਹਰਨ ਦਿੰਦਾ ਇਸ ਦੀ। 1992 ਦੇ ਵਿੱਚ 91 'ਚ ਸਰਕਾਰ ਨੇ ਇੱਕ ਲਿਟਰੇਸੀ ਕੰਪੇਨ ਸ਼ੁਰੂ ਕਰੀ। 91 'ਚ ਪੰਜਾਬ 'ਚ ਬੜਾ ਹਾਲ ਸੀ ਮਾੜਾ। ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਹਰੇਕ ਜ਼ਿਲ੍ਹੇ 'ਚ ਇੱਕ ਨਾਟਕ ਚਲਾਓ ਵੀ ਪੜ੍ਹਨਾ ਜ਼ਰੂਰੀ ਹੈ, ਤੇ 42 ਦਿਨ ਚਲਾਉਣੇ ਨੇ। ਅਸੀਂ ਆਖਿਆ ਜ਼ਿਲ੍ਹੇ 'ਚ 42 ਦਿਨ ਲਗਾਤਾਰ ਨਾਟਕ ਕਰੀ ਜਾਂਦੇ ਨੇ, ਉਹ 13 ਜ਼ਿਲ੍ਹਿਆਂ 'ਚ 13 ਜਗ੍ਹਾ 'ਤੇ ਇੰਨੀਆਂ ਟੀਮਾਂ ਕਿਵੇਂ ਹੋਣਗੀਆਂ? ਤੁਸੀਂ ਮੰਨੋਗੇ ਸੱਚੀ ਮੁੱਚੀ ਉਹ ਟੀਮਾਂ ਵੀ ਬਣ ਗਈਆਂ, ਉਹ ਨਾਟਕ ਵੀ ਚੱਲੇ। ਕੱਲਾ ਕਪੂਰਥਲਾ ਜ਼ਿਲ੍ਹਾ ਛੱਡ ਕੇ ਉਹ ਜਿਹੇ ਅਸੀਂ ਚੰਡੀਗੜ੍ਹ 'ਚ ਕਰਦੇ, ਕਿਉਂਕਿ ਚੰਡੀਗੜ੍ਹ 'ਚ ਕੋਈ ਹੈ ਨਹੀਂ ਸੀ। ਸਾਡੇ ਉੱਤੇ ਇੱਥੇ ਓਟਾਵਾ ਚੌਕ 'ਤੇ ਸਾਡੀ ਟੀਮ ਨੂੰ ਭਜਾ ਵੀ ਦਿੱਤਾ। ਇੱਕ ਜਗ੍ਹਾ 'ਚ ਆ ਕੇ ਸਟੇਨ ਗੰਨਾਂ ਲੈ ਕੇ ਬੈਠੇ ਰਹੇ, AK-47 ਲੈ ਕੇ ਕਾਰ ਦੇ ਵਿੱਚ 4 ਬੰਦੇ। ਇੱਥੇ ਆ ਕੇ ਉਹ ਬੰਦਾ ਬਾਅਦ 'ਚ ਮਾਰਿਆ ਗਿਆ, ਉਹ 500 ਰੁਪਏ ਸਾਡੀ ਸਟੇਜ 'ਤੇ ਦੇ ਕੇ ਵੀ ਗਿਆ। ਇੱਕ ਜਗ੍ਹਾ 'ਤੇ ਸਾਡੀ ਇੱਕ ਕੋਆਰਡੀਨੇਟਰ ਸੀ, ਉਹਨੂੰ ਚੁੱਕ ਕੇ ਵੀ ਲੈ ਗਏ। ਪਰ ਸਾਡੇ ਜੱਥੇ ਚੱਲਦੇ ਰਹੇ, ਸਾਨੂੰ ਕੋਈ ਫਿਜ਼ੀਕਲ ਹਾਰਮ ਨਹੀਂ। ਉਹਨਾਂ ਨੇ ਦੇਖਿਆ ਵੀ ਇਹ ਤਾਂ ਸੱਚੀ ਗੱਲ ਕਰ ਰਹੇ ਨੇ ਯਾਰ, ਵੀ ਪੜ੍ਹਾਈ ਲਿਖਾਈ ਹੋਣੀ ਚਾਹੀਦੀ ਆ। ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦੇ ਸੀ ਉਹਨਾਂ ਨੇ ਵੀ ਸਾਨੂੰ ਕੋਈ ਹਾਰਮ ਨਹੀਂ ਕਰਿਆ। ਪਰ ਜੇ ਉਹਨਾਂ ਨੂੰ ਸ਼ੰਕਾ ਪਊਗਾ ਫਿਰ ਆਣਾ ਤਾਂ ਉਹ ਆ ਕੇ ਦੇਖ ਕੇ ਓਬਜ਼ਰਵ ਹੀ ਕਰ ਦੇਣ, ਕਰ ਲੈਣ, ਸਾਨੂੰ ਕੀ ਇਤਰਾਜ਼ ਹੈ? ਅਸੀਂ ਕਿਹੜਾ ਕੋਈ ਲੁੱਕੇ ਕਰ ਜਾਂ। ਉਹਦੇ ਵਿੱਚ ਇੱਕ ਆਰਟੀਕਲ ਲੱਗਿਆ ਸੀ ਅੰਗਰੇਜ਼ੀ ਟ੍ਰਿਬਿਊਨ 'ਚ, ਨਿਰੂਪਮਾ ਦੱਤ ਜੀ ਨੇ ਲਾਇਆ ਸੀ,
ਐਂਡ ਦੀ ਗਿਆਨ ਰਥ ਗੋਜ਼, ਕਿਉਂਕਿ ਉਦੋਂ ਇੱਕ ਪਾਸੇ ਮੰਡਲ ਸੀ, ਇੱਕ ਪਾਸੇ ਕਮੰਡਲ ਸੀ, ਰਥ ਚੱਲਦਾ ਸੀ ਉਦੋਂ ਵੀ। ਉਹਨਾਂ ਨੇ ਆਖਿਆ ਐਂਡ ਦੀ ਗਿਆਨ ਰਥ ਗੋਜ਼, ਉਹ ਗਿਆਨ ਰਥ ਚੱਲਿਆ। ਪੰਜਾਬ ਦੇ ਵਿੱਚ ਜਿਨ੍ਹਾਂ ਟੀਚਰਾਂ ਨੂੰ ਮੈਂ ਰੋਜ਼ ਕਹਿਣਾ, ਕ੍ਰਿਟੀਸਾਈਜ਼ ਕਰਦਾ ਵੀ ਇਹ ਕੰਮ ਨਹੀਂ ਕਰਦੇ ਫਲਾਣਾ, 12,000 ਟੀਚਰ ਨੂੰ ਅਸੀਂ ਟ੍ਰੇਨਡ ਕਰਿਆ। ਉਹ ਸਵੇਰੇ ਆਪਣੀਆਂ ਲੋਈਆਂ ਦੀਆਂ ਬੁਕਲਾਂ ਮਾਰ ਕੇ ਨਾ ਮੇਰੇ ਜਾਣ ਤੋਂ ਪਹਿਲਾਂ ਉੱਥੇ ਖੜੇ ਹੁੰਦੇ ਸੀ ਜਿੱਥੇ ਅਸੀਂ ਕਹਿੰਦੇ ਸੀ, ਕੋਈ ਪੈਸਾ ਨਹੀਂ ਸੀ ਉਹਨਾਂ ਨੂੰ ਦਿੰਦੇ ਸੀ। ਤੁਸੀਂ ਲੋਕਾਂ ਨੂੰ ਇਨਕਰਜ ਕਰੋ। ਇਹਨਾਂ ਨੇ ਸਿੱਖਿਆ ਨੂੰ ਸੁਧਾਰਨ ਵਾਸਤੇ ਕਿਹੜਾ ਇਨਕਰਜ ਕਰਨ ਦਾ ਤਰੀਕਾ ਲੱਭਿਆ? ਇਹ ਉਹੀ ਕਸੀਆਂ ਪਿੱਟੀਆਂ ਤਰੀਕੇ ਲੱਭਣਗੇ ਜੇ ਵੱਧ ਤੋਂ ਵੱਧ ਕੀ ਟ੍ਰੇਨਿੰਗ ਦੇ ਦਿਓ ਜੀ ਟੀਚਰਾਂ ਨੂੰ। ਕਿੱਥੇ ਦੇਣਗੇ? ਡਾਈਟ 'ਚ ਦੇਣਗੇ, ਕਿੱਥੇ ਦੇਣਗੇ? ਇਨ ਸਰਵਿਸ 'ਚ ਦੇਣਗੇ। ਉੱਥੇ ਤਾਂ ਜਮੇ ਬੰਦੇ ਉਹ ਬਿਠਾਏ ਹੋਏ ਨੇ ਉਹਨਾਂ ਨੇ ਜਿਹੜੇ ਕੱਡੇ ਵੱਡੇ ਨੇ ਜਾਂ ਜਿਹੜੇ ਸ਼ਹਿਰ 'ਚ ਰਹਿਣਾ ਚਾਹੁੰਦੇ ਨੇ, ਉਹਨਾਂ ਨੇ ਕਾਹਦੀ ਟ੍ਰੇਨਿੰਗ ਦੇਣੀ ਆ? ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਹੈਲਥ 'ਚ ਤੁਸੀਂ ਸਿਵਲ ਸਰਜਨ ਨੂੰ ਕਹੀ ਜਾਓ, ਸਭ ਨੂੰ ਪਤਾ ਵੀ ਕਿੱਥੇ ਕਿੱਥੇ ਪੈਸਾ ਹੈ। ਬੇਸਿਕਲੀ ਬਿਊਰੋਕ੍ਰੇਸੀ ਨੇ ਸਾਰਾ ਕੁਝ ਲੈ ਰੱਖਿਆ, ਕੈਮੀਕਲ ਦਾ ਪੁਲਿਸ ਨੇ ਲੈ ਲਈ ਹੈ। ਫੂਡ ਸਪਲਾਈ, ਫੂਡ ਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਗੜਬੜ ਹੋ ਰਹੀ ਹੈ, ਅਤੇ ਫੂਡ ਦਾ ਕਮਿਸ਼ਨਰ ਤਾਂ ਇਹਨਾਂ ਦਾ ਆਪਦਾ ਬੰਦਾ IAS ਹੈ। ਇਹਨੇ ਡਰੱਗ ਦੇ ਵਿੱਚ ਹੇਰਾਫੇਰੀ ਹੋ ਰਹੀ ਹੈ। ਅੱਜ ਆ ਗਿਆ ਅਖਬਾਰ 'ਚ ਵੀ ਜੀ ਇੱਥੇ ਕਿਸੇ ਨੇ ਲਾਤਾ, ਦੇਖੋ ਜੀ ਡਾਇਬਟੀਜ਼ ਦੀ ਦਵਾਈ ਨਹੀਂ ਮਿਲਦੀ, ਬਲੱਡ ਪ੍ਰੈਸ਼ਰ ਦੀ ਨਹੀਂ ਮਿਲਦੀ, ਫਲਾਨੀ ਨਹੀਂ ਮਿਲਦੀ। ਉਹ ਭਾਈ ਇਹ ਤਾਂ ਪਹਿਲਾਂ ਵੀ ਨਹੀਂ ਮਿਲਦੀਆਂ ਸੀ। ਇਹਨਾਂ ਦੀ ਡਿਊਟੀ ਇਹ ਹੈ ਕਿ ਜਿਹੜੀਆਂ 140-45 ਦਵਾਈਆਂ ਕਹਿੰਦੇ ਨੇ ਉਹ ਟਰਾਂਸਪੇਰੈਂਸੀ ਨਾਲ ਖਰੀਦ ਕੇ ਉੱਥੇ ਉਪਲਬਧ ਕਰਾਉਣਾ। ਦੂਜਾ ਜਿਹੜੇ ਜਨ ਔਸ਼ਧੀ ਸਟੋਰ ਨੇ ਉਹਨਾਂ ਦੇ ਰਾਹੀਂ ਉਪਲਬਧ ਕਰਾਉਣ ਲੋਕਾਂ ਨੂੰ ਸਸਤੀ ਦਵਾਈ। ਫਿਰ ਜਿਹੜਾ ਕੋਈ ਬੋਲਦਾ ਬੋਲੇ, ਉਹਦੀ ਗੱਲ ਸੁਣਨ, ਉਹਦੇ ਗੁੱਸਾ ਨਾ ਕਰਨ। ਕਿਉਂਕਿ ਜੇ ਅਸੀਂ ਜਿਹੜਾ ਕ੍ਰਿਟਿਸਿਜ਼ਮ ਹੈ, ਇਹ ਕ੍ਰਿਟਿਸਿਜ਼ਮ ਸਾਡੇ ਵਾਸਤੇ ਹਥਿਆਰ ਨੇ, ਸਾਡੇ ਵਾਸਤੇ ਦਵਾਈ ਨੇ। ਇਹ ਦਵਾਈ ਸਾਨੂੰ ਹੈਲਪ। ਤੁਸੀਂ ਮੀਡੀਆ ਵਾਲੇ, ਮੈਂ ਇੱਥੇ ਲਿਖ ਰਿਹਾ ਸੀ ਹੁਣੀ, ਮੈਂ ਲਿਖਿਆ ਸੀ ਮੀਡੀਆ ਸਰਜੀਕਲ ਸਟ੍ਰਾਈਕ ਹੈ। ਮੀਡੀਆ ਐਡੇ ਸ਼ਾਰਪ ਇੰਸਟਰੂਮੈਂਟ ਨੇ, ਵਧੀਆ ਸਰਜਰੀ ਕਰ ਦਿੰਦੇ ਨੇ। ਜੇ ਸਰਜਰੀ ਨਾ ਕਰਦੀ ਜਾਵੇ ਫਿਰ ਐਂਟੀਬਾਇਓਟਿਕ ਦਾ ਕੰਮ ਕਰਦੇ ਨੇ। ਜੇ ਐਂਟੀਬਾਇਓਟਿਕ ਦਾ ਵੀ ਕੰਮ ਨਾ ਕਰਨ ਫਿਰ ਉਹ ਪਲੈਸਬੋ ਦਾ ਕੰਮ ਕਰਦੇ ਨੇ। ਪਲੈਸਬੋ ਹੁੰਦੀ ਹੈ ਕਿ ਤੁਸੀਂ ਦਵਾਈ ਦੇ ਨਾਂ ਤੇ ਗੋਲੀ ਦੇਤੀ, ਦਵਾਈ ਉਹ ਹੈ ਨਹੀਂ, ਪਰ ਲੋਕਾਂ ਨੂੰ ਫਿਰ ਤਸੱਲੀ ਹੋ ਜਾਂਦੀ ਹੈ। ਸੋ ਮੀਡੀਆ ਦੇ ਬਹੁਤ ਸਾਰੇ ਕੰਮ ਨੇ। ਇਹ ਜਿਹੜੇ ਕੰਮ ਨੇ ਇਹਨਾਂ ਦੇ ਉੱਤੇ ਧਿਆਨ ਦੇਣ। ਇਹਦੀ ਬਜਾ ਕੇ ਕਿਸੇ ਨੂੰ ਫੜ ਕੇ ਉਰਿਆ ਤੂੰ ਕਿਉਂ ਬੋਲਿਆ ਸਾਡੇ ਖਿਲਾਫ। ਡਾਕਟਰ ਆਪਾਂ ਇੱਥੇ ਇੱਕ ਗੱਲ ਮੈਨੂੰ ਤੁਹਾਡੀਆਂ ਗੱਲਾਂ ਚੋਂ ਨਿਕਲ ਕੇ ਆਈ। ਇੱਕ ਤਾਂ ਤੁਸੀਂ ਮੇਰੇ ਗੁਰੂ ਦਾ ਨਾਮ ਲਿੱਤਾ, ਨਿਰੂਪਮਾ ਦੱਤ ਜੀ ਦਾ, ਇਸ ਕਰਕੇ ਬਹੁਤ ਬਹੁਤ ਸ਼ੁਕਰੀਆ ਉਸ ਚੀਜ਼ ਦਾ। ਦੂਸਰੀ ਗੱਲ, ਸਭ ਤੋਂ ਵੱਡੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੋਰ ਪੁੱਛਣਾ ਚਾਹਾਂਗੀ ਕਿ ਬਜਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਬਜਟ ਦੇ ਵਿੱਚ, ਕਿਉਂਕਿ ਹੁਣ ਨੌਜਵਾਨੀ ਬਹੁਤ ਜ਼ਿਆਦਾ ਹੋ ਗਈ, ਅਨਐਮਪਲੋਇਮੈਂਟ ਬਹੁਤ ਜ਼ਿਆਦਾ ਵੱਧ ਗਈ, ਬਜਟ ਦਾ ਇਹ ਵੀ ਤਾਂ ਹਿੱਸਾ ਇੱਕ ਹੋਣਾ ਚਾਹੀਦਾ ਕਿ ਅਨਐਮਪਲੋਇਮੈਂਟ ਨੂੰ ਕਿਵੇਂ ਕੀਤਾ ਜਾਏ। ਰੱਖਣਗੇ ਉਹ ਹਿੱਸਾ, ਇਹਦੇ 'ਚ ਕੋਈ ਉਹਦੇ ਦੋ ਰਾਏ ਨਹੀਂ। ਹਰ ਵਾਰ ਆਉਂਦਾ ਵੀ ਹੈ, ਸ਼ਾਇਦ ਉਸੇ 'ਚ ਇਹਨਾਂ ਨੇ ਕਹਿਣਾ ਵੀ ਅਸੀਂ ਅਸਾਮੀਆਂ ਜਿਹੜੀਆਂ ਕੱਢ ਰਹੇ ਹਾਂ ਉਸੇ ਵੱਲ ਤਾਂ ਕੱਢ ਰਹੇ ਹਾਂ, ਇਹੀ ਚੀਜ਼ਾਂ ਨੇ। ਔਰ ਜਿਹੜੀਆਂ ਕੱਢੀਆਂ ਨੇ ਅਸਾਮੀਆਂ ਉਹ ਵੀ ਇਸੇ ਵੱਲ ਇੱਕ ਕਦਮ ਪਹਿਲ ਕਦਮੀ ਹੈਗੀ ਹੈ। ਕੱਲ ਜਦੋਂ ਅਸੀਂ ਤਾਂ ਕਰਕੇ ਆਪਾਂ ਗੱਲ ਕਰ ਰਹੇ ਹਾਂ, ਥੋੜੀ ਬਹੁਤ ਇਸ ਤੇ ਗੱਲ ਕਰਨੀ ਬਣਦੀ ਵੀ ਹੈ। ਕੱਲ ਜਦੋਂ MLAs ਦੇ ਨਾਲ ਅਸੀਂ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੀ ਡਿਸਕਸ ਕੀਤਾ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਨੂੰ ਦੱਸੀਆਂ, ਸਾਡੇ ਤੋਂ ਪੁੱਛੀਆਂ ਗਈਆਂ, ਸਾਡੇ ਤੋਂ ਸਾਡੇ ਹਲਕਿਆਂ ਦੀ ਫੀਡਬੈਕ ਲਈਆਂ ਗਈਆਂ। ਸਾਡੇ ਤੋਂ ਜਿਹੜਾ ਜਿੱਥੇ ਜਿੱਥੇ ਨਸ਼ੇ ਕਿਸੇ ਦੇ ਤੁਰਦੇ ਸੀਗੇ, ਚੱਲਦੇ ਆਏ ਜ਼ਿਆਦਾ, ਉਹਨਾਂ ਦੀ ਗੱਲ ਕਹੀ ਵੀ ਸਾਡੇ ਇਲਾਕੇ 'ਚ ਨਸ਼ੇ ਪੱਤੇ ਦਾ ਇਸ ਤਰੀਕੇ ਦਾ ਹਾਲਾਤ ਨੇ, ਇਹਨੂੰ ਨਜਿੱਠਣ ਦੀ ਲੋੜ ਹੈਗੀ ਹੈ। ਕਿਸੇ ਨੇ ਕਿਹਾ ਮੇਰੇ ਉੱਥੇ ਪਾਣੀ ਨਹੀਂ ਹੈਗਾ, ਕਿਸੇ ਨੇ ਕੁਛ ਨਹੀਂ ਹੈਗਾ। ਤੇ ਬਜਟ ਦੇ ਲਈ ਕਹਿੰਦੇ ਸਾਡੇ ਤੋਂ ਸਲਾਹਾਂ ਮੰਗੀਆਂ ਗਈਆਂ। ਜਦੋਂ ਅਸੀਂ ਪੁੱਛਿਆ ਵੀ ਕੀ ਸਲਾਹਾਂ ਦਿੱਤੀਆਂ ਤੇ ਕਹਿੰਦੇ ਉਹ ਹਜੇ ਸਾਡਾ ਜਿਹੜਾ ਹੈਗਾ ਮਤਲਬ ਕਿ ਉਹ ਅਸੀਂ ਸੀਕ੍ਰੇਟ ਇੱਕ ਗੱਲ ਹੈਗੀ, ਅਸੀਂ ਤੁਹਾਡੇ ਨਾਲ ਹਜੇ ਸਾਂਝੀ ਨਹੀਂ ਕਰ ਸਕਦੇ, ਬਣ ਕੇ ਬਜਟ ਦੇ ਵਿੱਚ ਆਏਗਾ। ਚਲੋ, ਪਰ ਉਹਦੇ ਵਿੱਚ ਗੱਲ ਸਮਝਣ ਵਾਲੀ ਇਹ ਹੈ ਕਿ ਆਉਣ ਵਾਲੇ ਬਜਟ ਦੇ ਵਿੱਚ ਐਮਪਲੋਇਮੈਂਟ, ਨੌਜਵਾਨੀ ਨੂੰ ਲੈ ਕੇ, ਸਮਾਜ ਦੇ ਬਾਕੀ ਹਿੱਸਿਆਂ ਨੂੰ ਲੈ ਕੇ ਕਿਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਸ ਤੇ ਜ਼ਿਆਦਾ ਐਮਫੈਸਿਸ ਦੇਣ ਦੀ ਲੋੜ ਹੈਗੀ ਤੁਹਾਡੀ ਸਮਝ ਦੇ ਮੁਤਾਬਿਕ? ਦੇਖੋ, ਮੈਂ ਇਹਨਾਂ ਦਾ ਜਿਹੜਾ ਤਰੀਕਾ ਹੈ ਉਹਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਨੇ ਕਿਹਾ, ਉਹ ਗੱਲ ਕਹਿ ਕੇ ਮੈਂ ਸ਼ੁਰੂ ਕਰਾਂਗਾ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਸੌਰੜੀ ਵੱਥ ਸਭ ਕਿਛ ਸਾਂਝੀ, ਪੇਵ ਘੜੇ ਧਨ ਵਖੇ, ਆਪ ਕੁ ਚੱਜੀ ਦੋਸ ਨ ਦੇਊ, ਜਾਣਾ ਨਾਹੀ ਰੱਖੇ, ਹਉ ਆਪੇ ਭਰਮ ਭੁਲਾਣੀ। ਮੈਂ ਆਪ ਹੀ ਭਰਮਾਂ 'ਚ ਭੁੱਲੀ ਹੋਈਆਂ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ। ਜੋ ਕਿਸੇ ਨੇ ਪੁਰਾਣਾ ਲੀਹਾ ਪਾਤਾ ਮੈਂ ਉਸੇ 'ਚ ਤੁਰੀ ਜਾਂਦੀ ਹਾਂ, ਨਵਾਂ ਰਸਤਾ ਤਾਂ ਮੈਂ ਲੱਭਿਆ ਹੀ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਵੀ ਉਹੀ ਅੱਖਰ ਲਿਖੇ ਗਾ ਰਹੇ ਨੇ। ਇਹ ਅਵਰ ਬਾਣੀ ਦੀ ਗੱਲ ਨਹੀਂ ਕਰਦੇ, ਦਿਖਾਵਾ ਅਵਰ ਬਾਣੀ ਦਾ। ਕਿਵੇਂ? 20 ਲੱਖ ਨੌਜਵਾਨ 18 ਤੋਂ 35 ਸਾਲ ਦੀ ਉਮਰ 'ਚ ਬੇਰੁਜ਼ਗਾਰ ਹੈ ਪੰਜਾਬ 'ਚ, ਕਿਉਂਕਿ ਟੋਟਲ 1 ਕਰੋੜ ਤੇ 8 ਲੱਖ ਹੈ ਉਹਨਾਂ ਦੀ ਆਬਾਦੀ। ਉਹਦੇ 'ਚੋਂ 45 ਲੱਖ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਹਿਲਾਂ ਹੀ, ਤੇ ਤਕਰੀਬਨ 43 ਲੱਖ ਪੜ੍ਹ ਰਹੇ ਨੇ। ਕਿਤੇ ਕੋਈ 12ਵੀਂ 'ਚ ਹੈ, ਕੋਈ ਕਾਲਜਾਂ 'ਚ ਹੈ, ਕੋਈ ਨਰਸਿੰਗ ਕਰਦਾ, ਕੋਈ ITI ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਸੋ ਜਿਹੜਾ 20 ਲੱਖ ਬੇਰੁਜ਼ਗਾਰ ਹੈ ਉਹ 'ਚੋਂ 10 ਲੱਖ ਨੂੰ ਰੁਜ਼ਗਾਰ ਦੇਣਾ, ਜੇ ਤੁਸੀਂ ਆਖੋ ਅਸੀਂ 25,000 ਨੂੰ ਦੇਤਾ, ਇਹ ਉੱਠਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਹੀ ਹੈ। ਸੋ ਮੈਨੂੰ ਲੱਗਦਾ ਹੈ ਵੀ ਅੰਪਲਾਇਮੈਂਟ ਜਿਹੜੀ ਹੈ ਉਹ ਸਰਕਾਰਾਂ ਨੌਕਰੀ ਨਹੀਂ ਦੇ ਸਕਦੀਆਂ ਸਭ ਨੂੰ। ਕੋਈ ਸਰਕਾਰ ਆ ਜੇ,
ਪਹਿਲਾਂ ਰੌਲਾ ਪਾਉਂਦੀ ਕੈਪਟਨ ਨੇ ਕਿਹਾ ਘਰ ਘਰ ਰੁਜ਼ਗਾਰ ਦਿਆ, ਉਹਨੇ ਰੁਜ਼ਗਾਰ ਕਿਹਾ ਸੀ, ਵਿਰੋਧੀ ਪਾਰਟੀਆਂ ਨੇ ਕਹਿਣਾ ਸ਼ੁਰੂ ਕੀਤਾ ਵਿੱਚੇ ਆਪ ਵਾਲਿਆਂ ਨੇ, ਇਹ ਆਪ ਵਾਲੇ ਆਪ ਧਿਆਨ ਕਰਨ। ਇਹਨਾਂ ਦੇ 20 MLA ਸੀ, ਮੈਂ ਆਪ ਇਹਨਾਂ ਦੇ ਉਹਦੇ ਉੱਤੇ TV ਦੇ ਉੱਤੇ ਦੇਖਿਆ ਕਹਿੰਨਾਂ ਨੂੰ ਵੀ ਨੌਕਰੀ ਕਿਹਾ ਸੀ। ਹੁਣ ਇਹ 56 ਲੱਖ ਨੌਕਰੀ ਦਾ, ਇਹਨਾਂ ਨੇ 25 ਲੱਖ 20 ਲੱਖ ਕਿਹਾ ਸੀ, ਅਕਾਲੀਆਂ ਨੇ 25 ਲੱਖ ਕਿਹਾ ਸੀ, ਇਹ 20 ਲੱਖ ਦੇ ਕੇ ਦਿਖਾ ਦੇਣ। ਉਹਨੇ 56, ਇਹਨਾਂ ਨੇ 20 ਲੱਖ ਕਿਹਾ ਸੀ, ਮੈਂ ਵੀ ਕਹਿੰਦਾ 20 ਲੱਖ ਹੀ ਨੌਜਵਾਨ ਬੇਰੁਜ਼ਗਾਰ ਹੈ, ਇਹ 20 ਲੱਖ ਨੌਕਰੀਆਂ ਦੇ ਦੇਣ, ਮੈਂ ਕਹਿੰਦਾ ਮੈਂ ਇਹਨਾਂ ਦੇ ਪੈਰੀਂ ਹੱਥ ਲਾਉਂਗਾ। ਤੁਸੀਂ ਗੱਲ ਕਰ ਦਿੰਦੇ ਹੋ ਵੀ ਆਪਾਂ ਦੇਵਾਂਗੇ ਜੀ, ਤੁਸੀਂ ਬੇਰੁਜ਼ਗਾਰੀ ਭੱਤਾ, ਬੇਰੁਜ਼ਗਾਰੀ ਭੱਤਾ ਕੋਈ ਅਲੱਗ ਕਰ ਨਹੀਂ ਦੁਨੀਆ 'ਚ ਦਿੱਤਾ ਜਾਂਦਾ ਹੈ, ਪਰ ਇਕੱਲਾ ਬੇਰੁਜ਼ਗਾਰੀ ਭੱਤਾ ਮਸਲਾ ਹੱਲ ਨਹੀਂ ਕਰਦਾ। ਇਹ ਥੋੜ੍ਹਾ ਜਿਹਾ ਇਸ ਤਰ੍ਹਾਂ ਵੀ ਬੁਖਾਰ ਚੜਿਆ 105 ਬੁਖਾਰ ਨਾਲ ਹੀ ਨਾ ਬੰਦਾ ਮਰ ਜੇ, ਪਰ ਇਹਦਾ ਮੈਂ ਥੋੜ੍ਹਾ ਵੀ ਉਹਦਾ ਮਲੇਰੀਆ ਦਾ ਇਲਾਜ ਹੋ ਗਿਆ ਜਾਂ ਉਹਦਾ ਕਰੋਨਾ ਦਾ ਇਲਾਜ ਹੋ ਗਿਆ, ਉਹ ਇਲਾਜ ਵੀ ਕਰਨਾ ਪਊਗਾ। ਸੋ ਦੋਨੇ ਚੀਜ਼ਾਂ ਕਰਨੀਆਂ ਨੇ। ਸੋ ਇੱਕ ਤਾਂ ਬੇਰੁਜ਼ਗਾਰੀ ਭੱਤਾ ਦਿੰਦੇ ਦੇ ਨਾਲ ਇਹ, ਪਰ ਇਹ ਕੀ ਕਰ ਰਹੇ ਨੇ, ਇਹ ਤਾਂ ਪੈਸਾ ਵੇਸਟ ਕਰੀ ਜਾ ਰਹੇ ਨੇ ਨਾਲ ਹੀ, ਜਿਹਦੇ ਵਿੱਚ ਹੈ ਬੱਸਾਂ ਦੇ ਵਿੱਚ ਜਿਹੜੀਆਂ ਨੌਕਰੀ ਕਰਦੀਆਂ ਔਰਤਾਂ ਨੇ, ਉਹਨੂੰ ਮੁਫਤ ਜਾਣ ਦਾ ਕੀ ਹੱਕ ਹੈ ਬਈ? ਉਹਨੂੰ ਕਿਉਂ ਟਿਕਟ ਮੁਫਤ ਦਿੱਤਾ ਜਾਵੇ? ਰੋਜ਼ ਜਾਂਦੀਆਂ ਨੇ, ਉਹ ਰੋਜ਼ ਆਉਂਦੀਆਂ ਨੇ। ਇੱਦਾਂ ਹੀ ਜਿਹੜੇ ਵੀ 1000 ਰੁਪਏ ਹਰੇਕ ਔਰਤ ਨੂੰ ਦਿਆਂਗੇ, ਜਿਹੜੇ 1000 ਰੁਪਏ ਦਾ ਮਤਲਬ ਐਂ ਪਾਣੀ ਵਾਂਗੂ ਰਹਾਲ ਦਿੰਦੀ ਆ, ਉਹਨੂੰ 1000 ਰੁਪਏ ਦੇਣ ਦਾ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਉਹਦੇ ਵਾਸਤੇ। ਕਿ ਮੈਂ ਛੋਟੀ ਜਿਹੀ ਦੀ ਉਦਾਹਰਨ ਤਾਂ ਦਿੰਦਾ, ਮੈਂ ਆਪਦੀ ਭੈਣ ਨੂੰ ਕਦੇ ਕੋਈ ਰਿਸ਼ਤੇਦਾਰ 'ਚ ਕੋਈ ਸ਼ਗਨ ਸੁਗਨ ਨਹੀਂ ਦਿੰਦਾ ਸੀ। ਮੈਨੂੰ ਕਿਸੇ ਨੇ ਪੁੱਛਿਆ ਵੀ ਕਿਉਂ ਕਰਦੇ ਤੂੰ ਇਹ? ਮੈਂ ਕਿਹਾ ਯਾਰ ਉਹਨਾਂ ਨੇ ਤਾਂ, ਉਹ ਤਾਂ ਵੱਡੇ ਬੰਦੇ ਨੇ, ਜ਼ਿਆਦਾ ਪੈਸੇ ਉਹਨਾਂ ਕੋਲ ਆਉਣੇ ਨੇ, ਮੈਂ ਕਿ 100 200 500 ਰੁਪਇਆ ਦੇ ਦੂੰ, ਉਹਨਾਂ ਨੇ ਕੀ ਯਾਦ ਹੈ ਇਹ? ਮੈਂ ਐਵੇਂ ਆਪਦਾ 500 ਵੇਸਟ ਕਰਾਂ? ਮੈਂ ਜਿੱਥੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੋਊ ਉੱਥੇ 500 ਦੂੰ, ਉਹ ਕੋਈ ਜੀ ਕਮਾਲ ਹੈ, ਉਹਦੇ ਵਾਸਤੇ 500 ਰੁਪਇਆ ਬਹੁਤ ਵੱਡਾ। ਕੀੜੀ ਨੂੰ ਤਾਂ ਠੂਠਾ ਹੀ ਦਰਿਆ। ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਮੇਰੇ 500 ਰੁਪਇਆ ਦਿੱਤਾ ਤਾਂ ਨਹੀਂ, ਜੇ ਨਾ ਵੀ ਦਿੱਤਾ ਤਾਂ ਵੀ ਉਹਨਾਂ ਨੇ ਮੈਨੂੰ ਕੋਈ ਘਰੋਂ ਨਹੀਂ ਕੱਢ ਦੇਣਾ। ਸੋ ਮੈਂ ਜਮਾਂ ਹੀ ਨਹੀਂ ਦਿੰਦਾ ਸੀ। ਸੋ ਤਾਂ ਮੈਂ ਕਹਿਣਾ ਵੀ ਜਿਹੜੇ ਬੰਦੇ ਕੋਲੇ, ਇਹ ਗੱਲ ਮੈਨੂੰ ਮੇਰੀ ਮਾਂ ਨੇ ਸਿਖਾਈ ਵੀ ਪੁੱਤ ਰੱਜੀ ਧੀ ਨੂੰ ਨਹੀਂ ਦੇਈਦਾ, ਭੁੱਖੀ ਨੂੰ ਦੇ ਦੇਈਦਾ। ਜਿਹੜੇ ਲੋਕਾਂ ਨੂੰ ਕੁਝ ਨਹੀਂ ਮਿਲਦਾ ਉਹਨਾਂ ਨੂੰ ਜੋ ਤੁਸੀਂ ਜਿਨ੍ਹਾਂ ਕੋਲ ਹੈਗਾ। ਹੁਣ ਤੁਸੀਂ ਦੱਸੋ, ਬੱਸ ਦੇ ਵਿੱਚ ਇੱਕ ਬੰਦਾ ਗਰੀਬ ਆਦਮੀ ਦਿਹਾੜੀ ਕਰਦਾ ਹੈ, ਉਹ ਤਾਂ ਬੱਸ ਜਾ ਕੇ ਕਿਰਾਇਆ ਦੇ ਰਿਹਾ, ਕਿ ਦੂਜਾ ਜਿਹੜਾ ਬੜਾ ਤਨਖਾਹ ਲੈ ਰਿਹਾ, ਲੱਖ 1.5 ਲੱਖ 2 ਲੱਖ, ਉਹ ਬੱਸ 'ਚ ਜੇ ਜਾਂਦਾ ਹੈ ਉਹ ਮੁਫਤ ਜਾ ਰਿਹਾ। ਇਹ ਕਿੱਥੋਂ ਦਾ ਇਨਸਾਫ ਹੈ? ਇੱਦਾਂ ਹੀ ਤੁਸੀਂ 1000 ਰੁਪਏ ਹਰੇਕ ਨੂੰ ਦੇਤਾ। ਜਿਹੜਾ ਗਰੀਬ ਦਿਹਾੜੀ ਕਰਦਾ ਹੋਰ ਕਰਦਾ, ਉਹਨੂੰ 1000 ਰੁਪਇਆ ਬਹੁਤ ਵੱਡੀ ਰਕਮ ਹੈ ਉਹਦੇ ਵਾਸਤੇ। ਪਰ ਜਿਹੜਾ ਬੰਦੇ ਦੇ ਕੋਲੇ ਕਰੋੜਾਂ ਰੁਪਈਆ, ਉਹਨੂੰ 1000 ਰੁਪਇਆ ਕੀ ਕਰੂ? ਆਹ ਜਿਹੜੇ ਮਕਾਨਾਂ 'ਚ, ਆਹ ਮਕਾਨ ਸਾਰੇ ਨਾ 1.5 ਕਰੋੜ ਦੇ ਹੋਏ ਪਏ ਨੇ। ਇਹ ਲੋਕਾਂ ਤੋਂ ਜ਼ਮੀਨ ਖੋਹ ਕੇ, ਅਕਵਾਇਰ ਕਰਕੇ 2005 'ਚ ਇਹ 25 ਲੱਖ 'ਚ ਦਿੱਤੇ ਨੇ। ਤੁਸੀਂ ਦੱਸੋ 17 ਸਾਲਾਂ 'ਚ ਕਿਹੜੀ ਹੋਰ ਆਮਦਨ ਹੈ ਜਿਹਦਾ 25 ਲੱਖ ਦਾ 1.5 ਕਰੋੜ ਬਣ ਗਿਆ? ਇਹ ਬਣ ਗਏ 1.5 ਕਰੋੜ ਦੇ। ਅਗਲੇ ਵੇਚ ਕੇ ਬਾਹਰ ਜਾਂਦੇ ਨੇ, ਸਭ ਦੇ ਜਵਾਕ ਬਾਹਰ ਨੇ। ਪਰ ਗਰੀਬ ਕਿਸਾਨ ਜਿਨ੍ਹਾਂ ਦੀ ਜ਼ਮੀਨ ਖੋਲੀ ਸੀ, ਆ ਬੜੈਲ ਦੇ ਏਰੀਏ 'ਚ ਹੋਈ ਹੋਈ ਹੈ, ਅਤੇ ਉਹ ਤਾਂ ਵਿਚਾਰੇ ਨਿਹੱਥੇ ਹੋ ਗਏ। ਫਿਰ ਤੁਸੀਂ ਕਿਹਦੇ ਹੱਕ 'ਚ ਆਪਰੇਟ ਕਰੀਏ ਸਟੇਟ? ਸੋ ਇਸ ਕਰਕੇ ਅੱਜ ਆਪਾਂ ਲੰਬੀ ਨਾ ਕਰੀਏ ਗੱਲ ਨੂੰ, ਅੱਜ ਸਟੇਟ ਦੀ ਇਹ ਲੋੜ ਹੈ ਕਿ ਲੋਕਾਂ ਦੇ ਪਿੰਡਾਂ ਦੇ ਵਿੱਚ ਕੋਈ ਐਡੀ ਵੱਡੀ ਮੂਵਮੈਂਟ ਚਲਾਵੇ, ਜਿਹੜੀ ਮੂਵਮੈਂਟ ਦੇ ਉੱਤੇ ਕੋਈ ਪੈਸਾ ਨਹੀਂ ਲੱਗਦਾ, ਨਾਲੇ ਥੋੜ੍ਹੇ ਘਣਾ 5-7 ਕਰੋੜ ਰੁਪਇਆ ਖਰਚ ਹੋਣਾ, ਜੇ ਸਰਕਾਰ ਦੇ ਤੌਰ 'ਤੇ ਖਰਚ ਵੀ ਕਰਨੇ ਹੋਵੇ 5-7 ਕਰੋੜ ਰੁਪਇਆ ਤਾਂ ਕੋਈ ਖਾਸ ਗੱਲ ਹੀ ਨਹੀਂ, ਜਿਹਦੇ ਵਿੱਚ ਪਿੰਡਾਂ ਦੇ ਵਿੱਚ ਸਿੱਖਿਆ, ਸਿਹਤ, ਨਸ਼ੇ ਅਤੇ ਔਰਤਾਂ ਦੀ ਇੱਜ਼ਤ ਦਾ ਸਵਾਲ ਹੈ ਜਿਹੜਾ, ਅਤੇ ਜਿਹੜੇ ਰਾਈਟਫੁਲ ਨੇ ਜਿਨ੍ਹਾਂ ਨੂੰ ਮਿਲਣਾ ਚਾਹੀਦਾ, ਚਾਹੇ ਉਹ ਪੈਨਸ਼ਨਾਂ ਨੇ, ਚਾਹੇ ਉਹ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨਾਂ ਨੇ, ਚਾਹੇ ਉਹ ਆਟਾ ਦਾਲ ਸਕੀਮ ਹੈ, ਉਹਨਾਂ ਨੂੰ ਮਿਲੇ। ਇਹ ਕੀ ਕਹਿੰਦੇ ਅਸੀਂ ਘਰ ਘਰ ਜਾਵਾਂਗੇ, ਚੰਗੀ ਗੱਲ ਦਾ ਘਰ ਘਰ ਦੇਣਗੇ ਤਾਂ ਉਹਦਾ ਫਾਇਦਾ ਹੋਊਗਾ ਕਿ ਜਿਹੜੇ ਅਮੀਰ ਲਈ ਜਾਂਦੇ ਨੇ ਉਹ ਹਟ ਜਾਣਗੇ, ਡੀਪੂਆਂ ਦਾ ਰੌਲਾ ਖਤਮ ਹੋ ਜੂ। ਜੇ ਤੁਸੀਂ ਕਹੋ ਵੀ ਆਹ ਬੰਦਾ ਰਿਸ਼ਵਤ ਲੈਂਦਾ ਇਹਨੂੰ ਮਾਰ ਦਿਓ, ਕਹਿੰਦੇ ਬੁਰੇ ਨੂੰ ਨਹੀਂ ਮਾਰੀਦਾ, ਬੁਰੇ ਦੀ ਮਾਂ ਨੂੰ ਮਾਰੀਦਾ। ਸੋ ਜਿਹੜੇ ਡੀਪੂ ਹੇਰਾਫੇਰੀ ਜਿਹੜਾ ਕਰਨ ਦਾ ਕਾਰਨ ਨੇ, ਉਹ ਡੀਪੂਆਂ ਦੀ ਹੇਰਾਫੇਰੀ DFC ਨਾਲ ਮਿਲ ਕੇ ਕਰਦੇ ਨੇ, ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ, ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਨਾਲ ਮਿਲ ਕੇ ਕਰਦੇ ਨੇ। ਉੱਥੇ ਤੁਸੀਂ ਨੱਕਾ ਲਾਓ, ਇਹਦੀ ਵਜ੍ਹਾ ਤੁਸੀਂ ਡੀਪੂ ਬੰਦ ਕਰ ਦਿਓ, ਤੁਸੀਂ ਘਰ ਘਰ ਜਾ ਕੇ ਦੇ ਕੇ ਆਓ, ਕੀ ਕਰੀ ਜਾਓਗੇ ਘਰ ਘਰ ਜਾ ਕੇ? ਸੋ ਇਸ ਕਰਕੇ ਸਰਕਾਰਾਂ ਦੀ ਇਹਨਾਂ ਦੀ ਜਿਹੜੀ ਪਾਲਿਸੀ ਆ ਇਹ ਬਦਲਣੀ ਪਏਗੀ, ਇੱਕ ਨਵਾਂ ਰਸਤਾ ਲੱਭਣਾ ਪਏਗਾ। ਉਹ ਨਵਾਂ ਰਸਤਾ ਇਸ ਤੋਂ ਬਿਲਕੁਲ ਵੱਖਰਾ ਹੋਏਗਾ, ਜਿਹਦੇ 'ਚ ਲੋਕਾਂ ਦੀ ਸ਼ਮੂਲੀਅਤ ਹੋਏਗੀ, ਲੋਕ ਸਰਗਰਮ ਹੋ ਕੇ ਆਪਦੇ ਵੱਲੋਂ ਕੰਟਰੀਬਿਊਟ ਕਰ। ਜਿਸ ਸਵੇਰੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਆਪਦੀ ਗੱਲ ਖਤਮ ਕਰਨਾ, ਮੈਨੂੰ ਮੇਰੇ ਪਿੰਡ ਦੇ ਸਕੂਲ 'ਚੋਂ, ਪ੍ਰਾਇਮਰੀ ਸਕੂਲ 'ਚੋਂ ਫੋਨ ਆਇਆ ਹੈਡ ਟੀਚਰ ਦਾ ਕਿ ਜੀ ਸਾਨੂੰ ਇੱਥੇ ਕੁਰਸੀਆਂ ਵੀ ਨਹੀਂ ਹੈਗੀਆਂ ਬੈਠਣ ਨੂੰ, ਅਸੀਂ 3 ਟੀਚਰਾਂ ਅਤੇ 2 ਕੁਰਸੀਆਂ ਨੇ। ਮੈਂ ਕਿਹਾ ਬੱਚੇ ਕਿੰਨੇ ਨੇ? ਕਹਿੰਦੇ ਜੀ ਬੱਚੇ 140 ਦੱਸੇ ਉਹਨੇ। ਕਿੰਨੇ? ਮੈਂ ਬੱਚੇ ਤਾਂ ਬਹੁਤ ਜ਼ਿਆਦਾ ਨੇ 3 ਟੀਚਰਾਂ ਵਾਸਤੇ ਵੀ, ਜਦ ਕਿ 30 ਦੇ ਹਿਸਾਬ ਨਾਲ ਤਾਂ 5 ਟੀਚਰ ਚਾਹੀਦੇ ਨੇ ਉੱਥੇ। ਚਲੋ ਮੈਂ ਉਹਨਾਂ ਨੂੰ ਫਿਰ ਵੀ ਮੈਂ ਕਿਹਾ ਬੀਬਾ ਕੋਈ ਗੱਲ ਨਹੀਂ, ਪੈਸੇ ਜਿੰਨੇ ਲੋੜ ਹੋ ਭੇਜ ਦਾਂਗੇ, ਪਰ ਪਹਿਲਾਂ ਤੁਹਾਨੂੰ ਚੰਗੀਆਂ ਤਨਖਾਹਾਂ ਮਿਲਦੀਆਂ, ਤੁਸੀਂ ਕਿੰਨਾ ਕੰਟਰੀਬਿਊਟ ਕਰੋਗੇ? ਜਿਹੜੇ ਲੋਕ ਤਕੜੇ ਹੈਗੇ ਨੇ ਪਿੰਡ 'ਚ, ਹੈਗੇ ਨੇ ਸਾਡੇ ਪਿੰਡ 'ਚ ਤਕੜੇ, ਉਹਨਾਂ ਨੂੰ ਪੁੱਛੋ ਵੀ ਕਿੰਨੇ ਕੁ ਦੇ ਸਕਦੇ ਨੇ। ਬਾਕੀ ਜਿਹੜੇ ਰਹਿ ਜਾਣਗੇ ਉਹਨੇ ਮੈਂ ਦੇ ਦਾਂਗਾ, ਜਿੰਨੇ ਵੀ ਰਹਿ ਜਾਣਗੇ ਉਹ ਮੈਂ ਲਿਖ ਕੇ ਵੀ ਭੇਜਦਾ ਉਹਨਾਂ ਨੂੰ WhatsApp ਵੀ ਤੁਸੀਂ ਆਪਦੀ ਕੰਟਰੀ ਪਹਿਲਾਂ ਅੱਜ ਕੇ ਅੰਦਾਜ਼ਾ ਲਾਓ
ਪੈਸੇ ਕਿੰਨੇ ਚਾਹੀਦੇ ਨੇ, ਸਮਾਨ ਕਿੰਨਾ ਚਾਹੀਦਾ, ਛੋਟੀ ਜਿਹੀ ਗੱਲ ਦੇ ਉੱਤੇ ਮੈਂ ਦੱਸ ਰਿਹਾ ਇਹ ਕਿੰਨਾ ਸਮਾਨ ਚਾਹੀਦਾ, ਕੀ ਸਮਾਨ ਚਾਹੀਦਾ, ਬੱਚਿਆਂ ਦੇ ਬੈਠਣ ਵਾਸਤੇ ਕੀ ਚਾਹੀਦਾ, ਟੀਚਰਾਂ ਵਾਸਤੇ ਕੀ ਚਾਹੀਦਾ, ਫਿਰ ਉਹਦੇ ਵਾਸਤੇ ਕਿੰਨਾ ਪੈਸਾ ਚਾਹੀਦਾ, ਉਹ ਪੈਸੇ ਦੇ ਵਿੱਚੋਂ ਤੁਸੀਂ ਕਿੰਨਾ ਦਿਓਗੇ, ਪਿੰਡ ਤੋਂ ਕਿੰਨਾ ਇਕੱਠਾ ਕਰੋਗੇ, ਮੇਰੇ ਤੋਂ ਤੁਸੀਂ ਕਿੰਨਾ ਮੰਗਦੇ ਹੋ, ਜਿੰਨਾ ਮੰਗੋਗੇ ਉਹਨਾਂ ਦੇ ਦਾਂਗਾ। ਜੇ ਤੁਸੀਂ ਹੀਲਾਂ ਕਰ ਦੋਗੇ ਵੀ ਕਿਸੇ ਦਾ ਮੇਰੇ ਮਨ 'ਚ ਇਹ ਜੋ ਕਹਿ ਦੇਣਗੇ ਵੀ ਸਾਤੋਂ ਕੁਝ ਵੀ ਨਹੀਂ ਹੁੰਦਾ, ਮੈਂ ਤਾਂ ਵੀ ਦੇ ਦਿੰਦੇ ਨੇ, ਪਰ ਪਹਿਲਾਂ ਜੇ ਉਹ ਆਪ ਮਿਹਨਤ ਨਹੀਂ ਕਰਨਗੇ, ਮੈਂ ਇੱਕ ਸਕੂਲ ਨੂੰ ਦੇ ਦਾਂਗਾ, ਦੋ ਨੂੰ ਦੇ ਦਾਂਗਾ, ਮੈਂ ਤਾਂ ਕੋਈ ਅੰਬਾਨੀ ਅਡਾਨੀ ਤਾਂ ਹੈ ਨਹੀਂ, ਨਾ ਮੈਂ ਬਣਨਾ, ਤੇ ਅੰਬਾਨੀ ਅਡਾਨੀ ਵੀ ਦੇਣ ਲੱਗ ਜਾਣਾ ਹੈ ਤਾਂ ਵੀ ਨਹੀਂ ਪੂਰਾ ਨਹੀਂ ਐ ਹੁੰਦਾ ਪੂਰਾ ਹੁੰਦਾ ਲੋਕਾਂ ਦੀ ਕੰਟਰੀਬਿਊਸ਼ਨ ਨਾਲ। ਸੋ ਜਿਹੜੇ ਬੰਦੇ ਨੂੰ ਤਾਂ ਸਮਝਾ ਡੰਗਰ ਕਿਉਂ ਇੰਨੀ ਦੇਰ ਚੱਲਦੇ ਰਹਿੰਦੇ ਨੇ, ਲੋਕਾਂ ਦੀ ਕੰਟਰੀਬਿਊਸ਼ਨ। ਸੋ ਲੋਕਾਂ ਦੀ ਕੰਟਰੀਬਿਊਸ਼ਨ ਜ਼ਰੂਰੀ ਹੁੰਦੀ ਹੈ, ਉਹ ਕੰਟਰੀਬਿਊਸ਼ਨ ਕਰਾਓ, ਉਹਦੇ ਵਿੱਚ ਲੋਕਾਂ ਦਾ ਹਿੱਸਾ ਪਵਾਓ, ਲੋਕਾਂ ਨੂੰ ਸਰਗਰਮ ਸ਼ਮੂਲੀਅਤ ਦਿਵਾਓ। ਅਸੀਂ ਜਦ ਪੜ੍ਹਦੇ ਸੀ ਸਾਨੂੰ ਇਹ ਹੁੰਦਾ ਵੀ ਦੇਸ਼ ਨੂੰ ਸਵਰਗ ਬਣਾਉਣਾ, ਇਹ ਸਾਨੂੰ ਅਸੀਂ ਮਾਂ ਦੇ ਪੇਟ 'ਚੋਂ ਨਹੀਂ ਸਿੱਖਿਆ ਸੀ, ਸਾਨੂੰ ਸਾਡੇ ਟੀਚਰਾਂ ਨੇ, ਸਾਡੇ ਸਮਾਜ ਨੇ ਸਿਖਾਇਆ ਸੀ। ਅੱਜ ਜਿਹੜਾ ਬੱਚਾ ਆਉਂਦਾ ਉਹ ਕਹਿੰਦਾ ਨਕਲ ਮਾਰੋ, ਠੱਗੀ ਮਾਰੋ, ਜੋ ਮਰਜ਼ੀ ਗੈਂਗਸਟਰ ਬਣੋ, ਨਸ਼ੇੜੀ ਬਣੋ, ਖੁਦਕੁਸ਼ੀ ਕਰ ਲਓ, ਨਹੀਂ ਤਾਂ ਬਾਹਰ ਭੱਜ ਜਾਓ। ਅੱਜ ਉਹਦੇ 'ਚ ਉਹ ਭਾਵਨਾ ਕਿਉਂ ਨਹੀਂ ਰਹੀ? ਉਹ ਬੱਚਾ ਨਹੀਂ ਮਾੜਾ, ਅਸੀਂ ਸਾਂਚਾ ਮਾੜਾ ਕਰਤਾ, ਜਿਹਦੇ ਉਹ ਸਾਂਚੇ ਜਦੋਂ ਪੈਂਦਾ ਤਾਂ ਉਹ ਵਿੰਗਾ ਟੇਢਾ ਹੋ ਕੇ, ਲੰਗੜਾ ਅੰਨਾ ਹੋ ਕੇ ਬਾਹਰ ਨਿਕਲਦਾ। ਉਹ ਸਾਡਾ ਸਿੱਖਿਆ ਦਾ ਢਾਂਚਾ ਹੈ, ਉਹਨੂੰ ਸੁਧਾਰਨ ਦਾ ਲੋੜ ਹੈ। ਸਿੱਖਿਆ ਤਾਂ ਸੁਧਰੂ ਜੇ ਸਮਾਜ ਸੁਧਰੂ, ਸਿੱਖਿਆ ਕਦੀ ਨਹੀਂ ਸੁਧਰਨੀ। ਸੋ ਇਸ ਕਰਕੇ ਇਹ ਕਰ ਸਕਦੇ ਨੇ, ਹਿੰਮਤ ਹੈਗੀ ਹੈ ਇਹਨਾਂ 'ਚ, ਇਹਨਾਂ ਦਾ ਜੜਾਓ ਵੀ ਹੈਗਾ, ਪਰ ਇਹ ਮੈਨੂੰ ਐਂ ਲੱਗਦਾ ਵੀ ਲਕੀਰ ਉਸੇ 'ਤੇ ਤੁਰ ਰਹੇ ਨੇ, ਉਹਦੇ ਬਸ ਵੀ ਕਿਸੇ ਨੇ ਕੁਰਸੀ ਇੱਧਰ ਰੱਖ ਲਈ, ਕਿਸੇ ਨੇ ਇੱਧਰ ਰੱਖ ਲਈ, ਇਹੀ ਕਰ ਰਹੇ। ਜਲਾਓ ਦੀ ਗੱਲ ਕੀਤੀ ਤੇ ਨਾਲ ਹੀ ਹਿੰਮਤ ਦੀ ਵੀ ਗੱਲ ਕੀਤੀ, ਉਸੇ ਤੇ ਹੀ ਗੱਲ ਅਸੀਂ ਕੱਲ ਜਦੋਂ ਉਹਨਾਂ ਨਾਲ ਕੀਤੀ ਸੀਗੀ ਸਾਰਿਆਂ ਦੇ ਨਾਲ, ਤੇ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਪੁਰਾਣੀਆਂ ਸਰਕਾਰਾਂ ਨਾਲੋਂ ਅਸੀਂ ਵੱਖ ਹਾਂ। ਅਸੀਂ ਵੱਖ ਇਸ ਕਰਕੇ ਹਾਂ ਕਿਉਂਕਿ ਪਿਛਲੀ ਵਾਰ ਜਿਹੜੇ ਮੁੱਖ ਮੰਤਰੀ ਸੀਗੇ ਉਹ ਮਿਲਦੇ ਕਿਸੇ ਨੂੰ ਨਹੀਂ ਸੀਗੇ। ਚੌਥੇ ਸਾਲ 'ਚ ਜਾ ਕੇ ਉਹਨਾਂ ਨੂੰ ਹੋਸ਼ ਆਉਂਦੀ ਸੀ ਵੀ ਪਬਲਿਕ ਇੰਟਰਸਟ ਇਸ਼ੂਜ਼ ਜਿਹੜੇ ਨੇ ਉਹਨਾਂ ਤੇ ਗੱਲਬਾਤ ਕਰਨੀ ਚਾਹੀਦੀ ਹੈ, ਉਹਨਾਂ ਦੇ ਵਿੱਚ ਜਾਣਾ ਚਾਹੀਦਾ ਹੈ, ਜਾਂ ਉਹਨਾਂ ਨੂੰ ਜਿਹੜੇ ਅਸੀਂ ਵਾਅਦੇ ਕੀਤੇ ਕੁਝ ਪੁਗਾ ਦਈਏ। ਕਹਿੰਦੇ ਅਸੀਂ ਤਾਂ ਹੁਣ ਪਹਿਲੇ ਵਾਰ 'ਚ ਹੀ ਸ਼ੁਰੂ ਹੋ ਗਿਆ, ਸਾਡੇ ਤਾਂ 40-50 ਦਿਨ ਹੋਏ ਆ ਜੇ ਸਰਕਾਰ ਬਣੇ ਨੂੰ, ਅਸੀਂ ਗੱਲਬਾਤ ਤੋਰੀ ਹੋਈ ਹੈ, ਅਸੀਂ ਗੱਲ ਕਰ ਰਹੇ ਹਾਂ, ਅਸੀਂ ਮਾਫੀਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਸ ਦੇ ਨਾਲ ਹੀ ਬਾਕੀ ਗੱਲਾਂ ਤੋਰ ਰਹੇ ਹਾਂ, ਜਿਵੇਂ ਕਿ ਪਹਿਲੀ ਬਿਜਲੀ ਵਾਲੀ ਅਸੀਂ ਪੂਰੀ ਕਰਤੀ, ਆਪਣਾ ਵਾਅਦਾ ਪੂਰਾ ਕਰਤਾ। ਸਾਡੇ ਮੁੱਖ ਮੰਤਰੀ 4 ਵਾਰ ਸਿੱਧਾ ਵਿਧਾਇਕਾਂ ਨੂੰ ਮਿਲੇ, ਪਿਛਲੇ ਮੁੱਖ ਮੰਤਰੀ ਤਾਂ ਆਪਣੇ ਮੰਤਰੀਆਂ ਨੂੰ ਵੀ ਮਸੀਂ ਮਿਲਦੇ ਹੁੰਦੇ ਸੀਗੇ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਹ ਗੱਲ ਤੋਰੀ ਰੱਖ ਰਹੇ ਹਾਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਐਫਰਟਸ ਕਰ ਰਹੇ ਹਾਂ। ਇੰਨੇ ਸਾਲਾਂ ਦੀ ਜਿਹੜੀ ਚੀਜ਼ ਰੁਕੀ ਹੋਈ ਸੀ, ਨਹੀਂ ਪ੍ਰੋਪਰ ਹੋ ਰਹੀ ਸੀਗੀ, ਜਾਂ ਇੱਕ ਵੈਕਿਊਮ ਆ ਗਿਆ ਸੀ, ਉਸ ਵੈਕਿਊਮ ਨੂੰ ਭਰਨ ਵਾਸਤੇ ਜਾਂ ਉਸ ਵੈਕਿਊਮ ਨੂੰ ਖਤਮ ਕਰਨ ਵਾਸਤੇ ਅਸੀਂ ਤਾਂ ਆਪਣੇ ਤਰੀਕੇ ਦੇ ਨਾਲ ਜੋ ਅਸੀਂ ਕਵਾਂਗੇ ਕਰਕੇ ਪੁਗਾਵਾਂਗੇ। ਦੇਖੋ ਗੱਲ ਇਹ ਹੈ, ਉਹਨਾਂ ਨੇ ਕਰਿਆ, ਇਹ 'ਚ ਕੋਈ ਸ਼ੱਕ ਨਹੀਂ, ਸ਼ੁਰੂ ਕਰਿਆ, ਪਰ ਇਹ ਕਹਿਣਾ ਵੀ ਸਾਡੇ ਮੁੱਖ ਮੰਤਰੀ ਨੇ 4 ਵਾਰੀ ਐਮਐਲਏ ਨਾਲ ਮੀਟਿੰਗ ਕਰਦੀ, ਕੋਈ ਵੱਡਾ ਲੋਕਰ ਕੰਮ ਹੈ? ਜੇ ਪਹਿਲਾਂ ਨਹੀਂ ਕਰਦਾ ਸੀ ਇਹਦਾ ਮਤਲਬ ਤੁਸੀਂ, ਕਿਉਂਕਿ ਉਹ ਕਰਦਾ ਨਹੀਂ ਸੀ, ਤੁਸੀਂ ਦਿਖਾਉਣ ਵਾਸਤੇ ਕਰ ਰਹੇ ਹੋ। ਪਹਿਲਾਂ ਕਰਦਾ ਸੀ, ਨਹੀਂ ਕਰਦਾ ਸੀ, ਲੋਕਾਂ ਨੇ ਉਹਨੂੰ ਦੇਖ ਲਿਆ, ਤੁਹਾਨੂੰ ਬੇਸੀ ਕਰਨੀ ਚਾਹੀਦੀ ਹੈ। ਇਕੱਲੇ ਐਮਐਲਏ ਨਾਲ ਹੀ ਕਿਉਂ, ਇਹਨਾਂ ਦੇ ਐਮਐਲਏ ਕਿੰਨਾ ਇਕੱਠ ਕਰਦੇ ਨੇ, ਉੱਥੇ ਇਕੱਠ ਕਰਨ। ਐ ਨਹੀਂ ਹੈ, ਇਹ ਤੁਰੇ ਨੇ, ਪੋਜ਼ਿਟਿਵ ਪਾਸੇ ਤੁਰੇ ਨੇ, ਚੰਗੇ ਕੰਮ ਕਰ ਰਹੇ ਨੇ, ਪਰ ਜੇ ਇਹ ਕਹਿਣ ਨਾ ਵੀ ਅਸੀਂ ਬੜੇ ਆਲੋਕਾਰ ਕਰਤਾ, ਉੱਤੋਂ ਸਭ ਕੁਝ ਹੋ ਗਿਆ, ਇਹ ਗਲਤ ਹੈ। ਔਰ ਜੇ ਇਸ ਖਾਮ ਖਿਆਲੀ 'ਚ ਰਹਿਣਗੇ ਤਾਂ ਸਾਰੀ ਗਲਤੀ ਹੋਊਗੀ, ਗੜਬੜ ਹੋਊਗੀ ਫਿਰ। ਸੋ ਇਹਨਾਂ ਨੂੰ ਲੋਕਾਂ ਨੂੰ ਸ਼ਾਮਲ ਕਰਨ ਦਾ ਤਰੀਕਾ ਲੱਭਣਾ ਪਊਗਾ, ਜਿੰਨਾ ਚਿਰ ਸਮੂਲਿਤ ਨਹੀਂ। ਇਹਨਾਂ ਦੇ ਮੰਤਰੀ ਨੇ ਕਿਹਾ, ਜਿਹੜਾ ਰੂਰਲ ਡਿਵੈਲਪਮੈਂਟ ਪੰਚਾਇਤ ਦਾ, ਕਿ ਐਸੀ ਕਿ ਗ੍ਰਾਮ ਸਭਾਵਾਂ ਹੋਣਗੀਆਂ, ਜੂਨ ਤੱਕ ਗ੍ਰਾਮ ਸਭਾਵਾਂ ਹੋਣੀਆਂ ਜ਼ਰੂਰੀ ਹੁੰਦੀਆਂ ਨੇ, ਕਿ ਉਹਦੇ ਵਿੱਚ ਮਨਰੇਗਾ ਦਾ ਬਜਟ ਬਣਦਾ ਸਾਰਾ, ਮਨਰੇਗਾ ਦੇ ਸਾਰੇ ਕੌਣ ਦਾ ਪਾਤਰੀ ਹੋ ਸਕਦੇ ਹੋਇਆ ਇਹ ਕੱਢ ਲੈਣ। ਹੁਣ ਤੱਕ ਇਹਨਾਂ ਨੇ ਅਜੇ ਤੱਕ ਉਹਦਾ ਕੁਝ ਨਹੀਂ ਮੈਨੂੰ ਲੱਗਦਾ ਕੱਢਿਆ, ਕਿਉਂਕਿ ਲੋਕਾਂ 'ਚ ਆਈ ਨਹੀਂ ਸਾਹਮਣੇ ਗੱਲ। ਪੰਜਾਬ ਦੇ ਵਿੱਚ 32 ਲੱਖ ਪਰਿਵਾਰਾਂ ਨੂੰ ਮਨਰੇਗਾ ਦੇ ਕਾਰਡ ਬਣ ਸਕਦੇ ਨੇ ਪਿੰਡਾਂ 'ਚ, ਉਹਨਾਂ ਦੇ ਵਿੱਚੋਂ ਬਣੇ ਹੋਏ ਨੇ 21 ਲੱਖ ਦੇ, ਜੋ ਸਰਕਾਰ ਦੇ ਆਪਦੇ ਵੈਬਸਾਈਟ 'ਤੇ ਹੈ। ਉਹਦੇ 21 ਲੱਖ ਦੇ ਵਿੱਚੋਂ 10 ਲੱਖ ਕਾਰਡ ਐਕਟਿਵ ਹੈ, ਕਿ 11 ਲੱਖ ਬਾਕੀ 10 ਲੱਖ ਤਾਂ ਉੱਦਾਂ ਹੀ ਪਿਆ ਸੁੱਤਾ, ਵੀ ਮੂੰਹ ਕਾਗਜ਼ਾਂ 'ਚ ਬਣਾਤਾ। ਉਹ ਜਿਹੜਾ 11 ਲੱਖ ਕਾਰਡ ਹੈ, ਉਹਦੇ ਵਿੱਚੋਂ ਕੁਛ ਹਜ਼ਾਰ ਬੰਦੇ ਨੇ, 20,000 ਕੇ 22,000, ਜਿਨ੍ਹਾਂ ਨੂੰ ਪੂਰਾ 1 ਸਾਲ ਦਾ ਰੁਜ਼ਗਾਰ ਮਿਲ, 100 ਦਿਨ ਦਾ ਮਿਲਿਆ। ਤੇ ਇਹਦਾ ਮਤਲਬ ਉਹਦੀ ਸਟੱਡੀ ਕਰਕੇ ਪੈਸਾ ਕੇਂਦਰ ਤੋਂ ਆਉਣਾ, ਉਹ ਕਿਉਂ ਨਹੀਂ ਕਰਿਆ? ਜੇ ਬਜਟ ਤੁਸੀਂ ਇਕੱਠ ਤਾਂ ਕਰ ਲਿਆ, ਉਹਨੂੰ ਇਕੱਠ ਕਰਤਾ, ਇੱਕ ਤਾਂ ਉਹਦਾ ਪੂਰਾ ਕੱਢਣਾ ਚਾਹੀਦਾ ਵੀ ਐਂ ਹੋਊਗਾ ਅਜਲਾਸ, ਸਾਰਿਆਂ ਨੂੰ ਉਹਨਾਂ ਨੂੰ ਟ੍ਰੇਨਿੰਗ ਦੇਣੀ, ਅਜਲਾਸ ਆਪੇ ਨਹੀਂ ਹੋ ਜਾਣੇ। ਜਿਹੜੇ ਸੈਕਟਰੀ, ਜਿਹੜੇ ਗ੍ਰਾਮ ਸੇਵਕ, ਜਿਹੜੇ SCPO, ਜਿਹੜੇ BDPO, ਇਹ ਗਿਜੇ ਹੋਏ ਨੇ, JE, ਵੀ ਇਹ ਤਾਂ ਜੀ ਮਨਰੇਗਾ ਤਾਂ ਸਾਡੇ ਆਪਦੀ ਜਰਖੜੀ ਚੀਜ਼ ਹੈ। ਇਹ ਸਰਪੰਚ ਕੌਣ ਹੁੰਦਾ, ਜਿਹੜੇ ਸਰਪੰਚ ਨਾਲ ਉਹਨਾਂ ਦੇ ਰਲੇ ਹੋਏ ਨੇ, ਉਹਨਾਂ ਸਾਰਿਆਂ ਨੂੰ ਆਪਾਂ ਕੁੱਟ ਤਾਂ ਨਹੀਂ ਸਕਦੇ, ਉਹਨਾਂ ਨੂੰ ਸਮਝਾਉਣਾ ਪਊਗਾ। ਆਹ ਮਹੀਨਾ ਇਹਨਾਂ ਕੋਲ ਸੀਗਾ, ਕਾਨਫਰੰਸਾਂ ਕਰਦੇ ਉਹਨਾਂ ਦੀਆਂ। ਇਹਨਾਂ 'ਚ ਤਾਂ ਜਿਹੜੀ SIRD ਹੈ, ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ, ਮਹਾਲੀ 'ਚ ਲਿਆਂਦੀ, ਹੁਣ 90 ਹੁੰਦੀ ਸੀ, ਉਹ ਜਾ ਕੇ ਦੇਖ ਲਓ ਵੀ ਉਹਨਾਂ ਨੂੰ ਕਿੰਨਾ ਕੁ ਪਤਾ ਵੀ ਉਹ ਕਿਤਾਬਾਂ ਨਹੀਂ ਪਾਈ ਜਾਣਗੇ, ਉਹ ਸਭ ਕੁਝ ਪਾ ਦੇਵੇ। ਲੋਕਾਂ ਨੂੰ ਜਦ ਤੱਕ ਤੁਸੀਂ ਹੌਸਲਾ ਨਹੀਂ ਦਿੰਦੇ, ਢਿੱਗੀ ਟਾਹੇ ਹੋਏ ਨੇ ਲੋਕ ਹੁਣ, ਜਦ ਤੁਸੀਂ ਉਹਨੂੰ ਕਹਿੰਦੇ ਵੱਡਾ ਸ਼ਾਬਾਸ਼ ਸ਼ੇਰਾ,
ਚੱਲ ਬੀਟੀਆ ਚੱਲ ਕਰ ਕੰਮ, ਹਿੰਮਤ ਕਰ। ਉਦੋਂ ਤੱਕ ਜਦ ਤੁਸੀਂ ਲੋਕਾਂ ਦਾ ਆਪਦਾ ਜਿਹੜਾ ਜੋਸ਼ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਕੀ ਕਰਿਆ ਸੀ? ਚਿੜੀਆਂ ਸੇ ਮੈਂ ਬਾਜ ਤੜਾਊਂ, 1.25 ਲੱਖ ਸੇ ਇੱਕ ਲੜਾਊਂ। ਉਹ ਇਹੀ ਸੀ ਵੀ ਆ ਨਾਈ ਧੋਬੀ ਛਿੰਬੇ ਜਿਹੜੇ ਕਹਿੰਦੇ ਨੇ ਆਪਦੇ ਆਪ ਨੂੰ ਵੀ ਸਾਤੋਂ ਦਾ ਖੱਤਰੀ ਆ ਜਾਟ ਜੱਟ, ਜਿਹੜੇ ਕਹਿੰਦੇ ਸਾਡਾ ਤਾਂ ਕੁਛ ਨਹੀਂ, ਇਹ ਤਾਂ ਇਹਨਾਂ ਦਾ ਰਾਜ ਹੈ। ਕਹਿੰਦੇ ਕੋਈ ਗੱਲ ਨਹੀਂ, ਆ ਜਾਓ ਚੱਕ ਲਓ ਤਲਵਾਰਾਂ, ਆ ਜਾਓ ਦੇਖੀ ਜਾਊਗੀ। ਉਹਨਾਂ 'ਚ ਜੋਸ਼ ਭਰਿਆ ਸੀ, ਉਹਨਾਂ ਤੋਂ ਕਿਸੇ ਦਾ ਕਤਲੇਆਮ ਨਹੀਂ ਕਰਾਇਆ, ਜੋਸ਼ ਭਰਿਆ ਸੀ। ਅੱਜ ਤੱਕ ਉਹ ਜੋਸ਼ ਚੱਲ ਰਿਹਾ। ਉਹ ਸੱਚ ਦੇ ਉੱਤੇ ਬਹੁਤ ਸਾਰਾ ਉਹਨਾਂ 'ਚੋਂ ਠੀਕ ਹੈ, ਬਹੁਤ ਸਾਰੇ ਹੋਤਲਾਂ ਵੀ ਹੋ ਗਏ, ਬਹੁਤ ਸਾਰੇ ਅੱਜ ਵੀ ਸੱਚ 'ਤੇ ਖੜ ਰਹੇ ਨੇ। ਸੋ ਲੋਕਾਂ 'ਚ ਜੋਸ਼ ਭਰੋਗੇ ਤਾਂ ਸਰਕਾਰ ਆਪੇ ਵਧੀਆ ਚੱਲੂਗੀ। ਮਹਾਰਾਜਾ ਰਣਜੀਤ ਸਿੰਘ ਨੇ ਕੀ ਕਰਿਆ ਸੀ? ਮਹਾਰਾਜਾ ਰਣਜੀਤ ਸਿੰਘ ਆਪੇ ਪਾਂਡੀ ਪੁੱਤਰ, ਪਾਂਡੀ ਪਾਤਸ਼ਾਹ ਦੀ ਕਹਾਣੀ ਕਿਉਂ ਚੱਲਦੀ ਹੈ? ਮਹਾਰਾਜਾ ਰਣਜੀਤ ਸਿੰਘ ਉਹ ਸੀ ਜਿਹਦੇ ਬਾਰੇ ਇੱਕ ਛੋਟੀ ਜਿਹੀ ਲਾਈਨ ਕਹਿ ਕੇ ਮੈਂ ਕਰਾਂਗਾ ਵੀ ਜਿਹੜਾ ਇਹਨਾਂ ਨੂੰ ਸੁਣਨਾ ਚਾਹੀਦਾ ਕ੍ਰਿਟਿਸਿਜ਼ਮ। ਕਿਸੇ ਨੇ ਆਖਿਆ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਾ ਕਹਿ ਸਕਦੇ ਹੋ ਉਹਦੇ ਸਾਹਮਣੇ? ਸਾਰੇ ਡਰਨ ਵੀ ਰਾਜਾ ਯਾਰ, ਇਹਨੂੰ ਐਂ ਕਿਵੇਂ ਕਹੀਏ? ਇਹ ਕਹਿੰਦਾ ਮੈਂ ਕਹੂੰਗਾ। ਉਹ ਗਿਆ, ਉਹ ਜਾ ਕੇ ਕਹਿੰਦਾ ਤੇਰੀ ਇੱਕੋ ਅੱਖ ਸੁਲੱਖਣੀ ਜਿਉਂ ਅੰਬਰ ਦੇ ਤਾਰੇ, ਤੈਨੂੰ ਨਿਉ ਨਿਉ ਕਰਨ ਸਲਾਮਾਂ 2-2 ਅੱਖਾਂ ਵਾਲੇ। ਉਹੀ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਅਕਾਲੀ ਫੂਲਾ ਸਿੰਘ ਨੇ ਬੰਨ੍ਹ ਕੇ ਜੰਡ ਦੇ ਨਾਲ, ਥੰਮ ਦੇ ਨਾਲ ਬੰਨ੍ਹ ਕੇ ਕੋੜੇ ਮਾਰੇ ਸੀ ਤੇ ਪਿੱਛੋਂ ਜੱਫੀ ਵੀ ਪਾਈ ਸੀ। ਅੱਜ ਨਾ ਤਾਂ ਉਹ ਅਕਾਲੀ ਫੂਲਾ ਸਿੰਘ ਨੇ, ਨਾ ਉਹ ਮਹਾਰਾਜਾ ਰਣਜੀਤ ਸਿੰਘ ਹੈ। ਪਰ ਉਸ ਤਰ੍ਹਾਂ ਦਾ ਰਾਜ ਅੱਜ ਹੋ ਵੀ ਨਹੀਂ ਸਕਦਾ। ਪਰ ਜਿਹੋ ਜਿਹਾ ਸਾਡਾ ਪ੍ਰਜਾ ਤੰਤਰ ਹੈ, ਲੋਕਤੰਤਰ ਹੈ, ਉਹ ਰਾਜ ਕਰਨ ਵਾਸਤੇ ਵੀ ਧਾਰਨਾ ਉਹ ਰੱਖਣੀ ਪਊਗੀ ਕਿ ਲੋਕਾਂ ਦੀ ਤਾਕਤ ਹੈ, ਇਹ ਲੋਕਾਂ ਨੂੰ ਤਾਕਤ ਦੇ ਕੇ ਰੱਖਣੀ ਹੈ। ਲੋਕ ਸਰਗਰਮੀ ਨਾਲ ਹਿੱਸਾ ਪਾਉਣਗੇ ਤੇ ਕਹਿੰਦੇ ਨੇ ਨਾ ਵੀ ਤੁਪਕੇ ਤੁਪਕੇ ਨਾਲ, ਬੂੰਦ ਬੂੰਦ ਨਾਲ ਦਰਿਆ ਸਮੁੰਦਰ ਭਰ ਜਾਂਦਾ। ਸੋ ਇਹ ਬੂੰਦ ਬੂੰਦ ਲੋਕਾਂ ਦਾ ਹਿੱਸਾ। ਸੋ ਲੋਕਾਂ ਦਾ ਹਿੱਸਾ ਪਵਾ ਕੇ, ਲੋਕਾਂ ਨੂੰ ਨਾ ਰਲਾ ਕੇ, ਕੋਈ ਥੋੜ੍ਹਾ ਸਿਆਣਾ ਹੈ, ਕੋਈ ਘੱਟ ਸਿਆਣਾ ਹੈ, ਕੋਈ ਜ਼ਿਆਦਾ ਪੜ੍ਹਿਆ ਹੈ, ਕੋਈ ਘੱਟ ਪੜ੍ਹਿਆ ਹੈ, ਕੋਈ ਪਿੰਡ 'ਚ ਹੈ, ਕੋਈ ਸ਼ਹਿਰ 'ਚ ਹੈ, ਕੋਈ ਦਿਹਾੜੀ ਕਰਦਾ, ਕੋਈ ਵੱਡਾ ਸ਼ੋਰੂਮ ਚਲਾਉਂਦਾ ਹੈ, ਕੋਈ ਵੱਡੀ ਇੰਡਸਟਰੀ ਚਲਾਉਂਦਾ, ਸਾਰਿਆਂ ਨੂੰ ਰਲਾਉਣਾ ਹੁੰਦਾ। ਸੋ ਸਾਰਿਆਂ ਨੂੰ ਸਗਲ ਸੰਗ ਹਮ ਕੋ ਬਣ ਆਈ। ਜੇ ਇਹ ਕਰ ਲੈਣਗੇ ਤਾਂ ਇਹ ਸਫਲ ਰਹਿਣਗੇ, ਨਹੀਂ ਨਾ ਸੀ। ਬਹੁਤ ਬਹੁਤ ਧੰਨਵਾਦ ਸਨਾ। ਡਾਕਟਰ ਸਾਹਿਬ ਨੇ ਇੰਨਾ ਕੁਝ ਬੋਲਤਾ ਹੈ ਕਿ ਮੇਰੇ ਕੋਲ ਬੋਲਣ ਲਈ ਵੈਸੇ ਤਾਂ ਸ਼ਬਦ ਨਹੀਂ, ਪਰ ਫਿਰ ਵੀ ਮੈਨੂੰ ਕਿਉਂਕਿ ਕਲੋਜ਼ਿੰਗ ਕਰਨੀ ਜ਼ਰੂਰੀ ਹੈ ਤੇ ਇਸ ਕਰਕੇ ਡੈਮੋਕ੍ਰੇਸੀ ਦਾ ਫਾਰਮੂਲਾ ਇਹੀ ਹੈ ਕਿ ਆਫ ਦਾ ਪੀਪਲ, ਬਾਏ ਦਾ ਪੀਪਲ ਐਂਡ ਫॉर ਦਾ ਪੀਪਲ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਆਦਮੀ ਲਈ ਤੁਰਨਾ ਪੈਣਾ, ਇਹਨਾਂ ਨੂੰ ਇਨਵੋਲਵ ਕਰਨਾ ਪੈਣਾ। ਇਹੀ ਡਾਕਟਰ ਸਾਹਿਬ ਦਾ ਕਹਿਣਾ। ਡਾਕਟਰ ਪਿਆਰ ਲਾਲ ਗਰਗ ਸਾਡੇ ਗੈਸਟ ਜਿਹੜੇ ਅੱਜ ਨਾਲ ਨੇ, ਬੁੱਧੀਜੀਵੀ ਨੇ, ਬਹੁਤ ਹੀ ਤਕਰੀਰਾਂ ਹੁੰਦੀਆਂ ਇਹਨਾਂ ਕੋਲ, ਇਹਨਾਂ ਨੂੰ ਬਹੁਤ ਸਾਰੀਆਂ ਜਿਹੜੇ ਫਿਗਰਸ ਨੇ ਉਹ ਯਾਦ ਹੁੰਦੀਆਂ ਔਰ ਬਹੁਤ ਜ਼ਿਆਦਾ ਅਧਿਐਨ ਕਰਦੇ ਆ ਚੀਜ਼ਾਂ ਤੇ ਬਰੀਕ ਬਿੰਨੀ ਨਾਲ ਦੇਖਦੇ ਆ, ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਤਾਂ ਗੱਲ ਕਹਿੰਦੇ ਆ। ਤੇ ਕਈ ਵਾਰੀ ਕਹਿੰਦੇ ਹੁੰਦੇ ਨੇ ਵੀ ਔਲੇ ਦੇ ਜਿਹੜਾ ਖਾਧੇ ਦਾ ਸਵਾਦ ਤੇ ਸਿਆਣੇ ਦੇ ਕਹੀ ਦੀ ਗੱਲ ਦਾ ਜਿਹੜਾ ਪਤਾ ਹੈ ਨਾ ਉਹ ਬਾਅਦ 'ਚ ਹੀ ਲੱਗਦਾ ਹੁੰਦਾ ਹੈ। ਤੇ ਉਸੇ ਤਰੀਕੇ ਨਾਲ ਜਿਹੜੇ ਇਸ ਤਰ੍ਹਾਂ ਦੇ ਬੁੱਧੀਜੀਵੀ ਨੇ ਉਹਨਾਂ ਦੀ ਗੱਲ ਤੇ ਵਾਕਈ ਹੀ ਸਰਕਾਰਾਂ ਨੂੰ ਕੰਨ ਜ਼ਰੂਰ ਰੱਖਣਾ ਚਾਹੀਦਾ ਹੈ। ਪਰ ਇਹ ਬਹੁਤ ਕਹਿਣ ਵਾਲੀ ਗੱਲ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹ ਸਰਕਾਰ ਨੇ ਵਾਕਈ ਪਹਿਲ ਕਦਮੀ ਤਾਂ ਕੀਤੀ ਹੈ, ਸ਼ੁਰੂਆਤ ਤਾਂ ਕੀਤੀ ਹੈ, ਪਰ ਕਦਮ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਪੈਣ। ਗਲਤੀਆਂ ਹਰ ਕਿਸੇ ਤੋਂ ਹੁੰਦੀਆਂ, ਮਨੁੱਖ ਹੈ, ਮਨੁੱਖਾਂ ਤੋਂ ਹੁੰਦੀਆਂ। ਸਰਕਾਰਾਂ ਵੀ ਮਨੁੱਖਾਂ ਨਾਲ ਬਣਦੀਆਂ, ਮੰਤਰੀ ਵੀ ਮਨੁੱਖ ਨੇ, MLAs ਵੀ ਮਨੁੱਖ ਨੇ ਤੇ ਲੋਕ ਵੀ ਮਨੁੱਖ ਨੇ ਜਿਨ੍ਹਾਂ ਦੇ ਲਈ ਸਰਕਾਰਾਂ ਬਣੀਆਂ ਨੇ। ਪਰ ਫਿਰ ਵੀ ਬਹੁਤੇ ਕਦਮ ਜੇ ਸਹੀ ਪਾਸੇ ਪੈਣ ਤਾਂ ਬਹੁਤ ਕੁਝ ਸੁਧਰ ਸਕਦਾ ਹੈ। ਪਿਛਲੀਆਂ ਗੱਲਾਂ ਨੂੰ ਸਿਰਫ ਕਾਟੇ ਮਾਰਨਾ ਜਾਂ ਉਹਨਾਂ ਵੱਲ ਵੀ ਗੱਲ ਕਰਨੀ ਹੀ ਜ਼ਰੂਰੀ ਨਹੀਂ ਤੇ ਪਿਛਲੀਆਂ ਸਰਕਾਰਾਂ ਨੂੰ ਵੀ ਸਿਰਫ ਇਹਨਾਂ ਨੂੰ ਨਿੰਦਣਾ ਹੀ ਜ਼ਰੂਰੀ ਨਹੀਂ। ਸਾਥ ਦੇ ਕੇ ਇੱਕ ਦੂਜੇ ਦਾ ਮੇਰੇ ਖਿਆਲ ਸਮਾਜ ਨਵਾਂ ਤੇ ਪੰਜਾਬ ਨਵਾਂ ਉਸਾਰਨ ਦੀ ਇਸ ਵਕਤ ਬਹੁਤ ਜ਼ਿਆਦਾ ਜ਼ਰੂਰਤ ਹੈ। ਕੈਮਰਾ ਪਰਸਨ ਆਸ਼ੀਸ਼ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ, D5 ਚੈਨਲ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।